ਵੀ ਇੰਦਰਾ ਗਾਂਧੀ ਨੂੰ ਸ਼ੂਟ ਕਰ ਦਿੱਤਾ ਗਿਆ ਹੈਗਾ, ਪਰ ਚੱਕ ਕੇ ਇਸ ਵੇਲੇ ਤੱਕ ਦੇਖਿਆ ਵੀ ਉਹਨਾਂ ਡਿਕਲੇਅਰ ਕਰ ਦਿੱਤਾ ਵੀ ਉਹਨਾਂ ਦੀ ਡੈਥ ਹੋ ਗਈ, ਅੱਜ ਹਸਪੀਟਲ ਲੈ ਗਏ ਸੀਗੇ। ਤੇ ਉਸ ਤੋਂ ਬਾਅਦ ਫਿਰ ਇਹ ਉਸ ਰਾਤ ਨੂੰ ਤੁਸੀਂ ਸਮਝ ਲਓ ਵੀ ਪਲੈਨਿੰਗ ਕੀਤੀ ਗਈ ਹੈਗੀ ਹੈ ਵੀ ਕੀ ਕਰਨਾ ਇੱਥੇ। ਸਮਝ ਲਓ ਵੀ 72 ਘੰਟੇ ਤਾਂ ਉਹਨੇ ਇਦਾਂ ਦੇ ਦਿੱਤੇ ਸੀਗੇ ਵੀ 72 ਘੰਟੇ ਦੇ ਵਿੱਚ ਜਾਨੀ 1 ਤੋਂ 6 ਜੂਨ ਜਦੋਂ ਜ਼ਿਆਦਾ ਬਣ ਜਾਂਦੇ, ਲੇਕਿਨ 72 ਘੰਟੇ ਦੇ ਇਹ ਸੀ ਵੀ ਤੁਹਾਡੇ ਕੋਲ ਜੋ ਹੁੰਦਾ ਉਹ ਕਰੀ ਜਾਓ। 72 ਘੰਟੇ ਉੱਥੇ ਮੌਤ ਦਾ ਤਾਂਡਵ ਹੋਇਆ। ਜਿਸ ਕੰਟਰੀ ਦਾ ਪ੍ਰੋਸੈਸ਼ਨ ਜਿਹੜਾ ਹੈਗਾ ਉਹ ਆਪ ਹੀ ਜ਼ਾਲਮਾਨਾ ਜਿਹੜੇ ਉਹਨਾਂ ਦੀ ਨੀਤੀ ਹੋ ਜਵੇ ਤਾਂ ਬਚਾਉਣਾ ਕਿਸ ਨੇ ਹੈਗਾ। ਇਹ ਬੰਗਾਲ 'ਚ ਗਿਆ ਸੀਗਾ ਰਾਜੀਵ ਗਾਂਧੀ ਜੀ, ਜਦੋਂ ਉਹਨੂੰ ਪਤਾ ਲੱਗਿਆ ਉੱਥੇ ਵੇਲੇ ਇਹਨੂੰ ਪਤਾ ਲੱਗਿਆ ਵੀ ਆਹ ਕੁਝ ਹੋ ਰਿਹਾ, ਇਹਨੂੰ ਉਸ ਵੇਲੇ ਉੱਥੋਂ ਜਿਹੜਾ ਸਟੇਟਮੈਂਟ ਦਿੱਤੀ, ਜਦ ਕੋਈ ਬੜਾ ਦਰਖਤ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਪਰ ਉਸ ਤੋਂ ਬਾਅਦ ਹੋਰ ਅੱਗ ਤੇ ਤੇਲ ਜਿਹੜਾ ਪਾਇਆ ਉਹ ਅਮਿਤਾਭ ਬੱਚਨ ਨੇ ਪਾਤਾ। ਬਿਲਕੁਲ ਜੀ। ਤੇ ਕਹਿੰਦਾ ਖੂਨ ਕਾ ਬਦਲਾ ਖੂਨ। ਤੁਸੀਂ ਕਹਿੰਦੇ ਨੇਸ਼ਨ ਦਾ ਬਾਪੂ ਸੀ ਉਹ, ਤੁਹਾਡੇ ਨੇਸ਼ਨ ਦਾ ਬਾਪੂ ਮਰ ਗਿਆ, ਉਦੋਂ ਧਰਤੀ ਕਦੇ ਨਾ ਹਿੱਲੀ। ਮੈਨੂੰ ਕਹਿੰਦਾ ਮਿਸਟਰ ਪ੍ਰੈਜ਼ੀਡੈਂਟ, ਕਹਿੰਦਾ ਵੀ ਅਫਸੋਸ, ਕਹਿੰਦਾ ਆਮ ਫੀਲਿੰਗ ਵੈਰੀ ਸੌਰੀ, ਕਹਿੰਦਾ ਤੁਹਾਡੀ ਕੌਮ ਕਹਿੰਦਾ ਬਹੁਤ ਬਰੇਵ ਆ, ਬਟ ਕਹਿੰਦਾ ਮੈਂ ਕਹਿੰਦਾ ਕੀ ਦੇਖ ਰਹੇ ਹਾਂ, ਤੁਹਾਡੀ ਕੌਮ ਜਿਹੜੀਆਂ ਸਾਡੀਆਂ ਬੈਡ ਗੱਲਾਂ ਇੱਥੇ ਦੀਆਂ ਉਹ ਅਡਾਪਟ ਕਰ ਰਹੀ ਆ। ਕਹਿੰਦਾ ਤੁਹਾਡੇ ਨੌਜਵਾਨਾਂ ਨੂੰ ਦੇਖ ਰਹੇ ਹਾਂ, ਔਰ ਕਹਿੰਦਾ ਅਸੀਂ ਤੁਹਾਡੀਆਂ ਜਿਹੜੀਆਂ ਚੰਗੀਆਂ ਗੱਲਾਂ ਸੀ ਉਹ ਅਡਾਪਟ ਕਰ ਰਹੇ ਹਾਂ। ਜਦ ਇਹ ਕਿਹਾ ਜਾਂਦਾ ਸਿੱਖ ਕੋਈ ਸਿੱਖ ਬਚ ਕਰ ਨਿਕਲਣਾ ਜਾਏ, ਸਿੱਖ ਬਚਣਾ ਨਾ ਪਾਏ, ਜੇ ਫਿਰ ਸਿੱਖ ਵੱਖਰੀ ਕੌਮ ਨਹੀਂ ਸੀ ਤਾਂ ਇਹ ਲਫ਼ਜ਼ ਕਿਉਂ ਕਿਹਾ ਜਾਂਦਾ ਸੀ। ਇੰਦਰਾ ਗਾਂਧੀ ਦੀ ਜਿਹੜੀ ਅਸੈਸੀਨੇਸ਼ਨ ਨੂੰ ਹਰ ਇੱਕ ਨੇ ਰੋਣਾ ਸੀਗਾ ਜੀ, ਬਿਲਕੁਲ ਅੱਜ ਤੱਕ ਯਾਦ ਕਰਦੇ ਹਰ ਕੋਈ ਰੋਣਾ ਸੀਗਾ ਪਹਿਲਾਂ ਵੀ ਉਹ ਜਾਨੀ ਉਹਦੇ ਵਿੱਚ ਠੀਕ ਹੈ ਵੀ ਉਹਦੇ ਕੋਲ ਜਿਹੜੀ ਗੱਲ ਕਰਾਈ ਵੀ ਸਾਡੇ ਆਪਣਿਆਂ ਨੇ ਸੀ। ਉਹ ਵੀ ਇੱਕ ਬੱਚਾ ਉਹ ਸਾਹਮਣੇ ਮਾਂ ਦੇ ਪੁੱਤ ਨੂੰ ਮੋਰੇ ਗੱਲ ਤੈਰ ਪਾ ਕੇ ਸੜਦਾ ਮਾਂ ਨੇ ਦੇਖਿਆ, ਉਹ ਕਿੰਨਾ ਉਹਨਾਂ ਦਾ ਜਿਗਰਾ ਹੋਊਗਾ। ਅੱਜ ਬੀਬੀ ਜੀ ਅਸੀਂ ਖਖੜੀਆਂ ਕਰੇਲੇ ਹੋ ਗਏ ਆ ਕਾਹਤੇ, ਜਿੱਥੋਂ ਸਾਨੂੰ ਤਾਕਤ ਮਿਲਦੀ ਸੀ ਅਸੀਂ ਉਹ ਤਾਕਤ ਖੇਲ ਮੇਰੀ ਕਰਦੀ। ਇਹ ਮੇਰੀਆਂ ਗੱਲਾਂ ਚਾਹੇ ਕਿਹਨੂੰ ਕੋਣੀਆਂ ਲੱਗਣ, ਕੁਝ ਵੀ ਆ, 7 ਪੂਰਬੀ 9 ਚੁੱਲ੍ਹੇ ਸਾਡੇ ਹੋਏ ਹੋ ਆ। ਉਹ ਡਿਟਰਮਿੰਡ ਆ ਵੀ ਅਸੀਂ ਪੰਜਾਬ ਨੂੰ ਖਤਮ ਕਿੱਦਾਂ ਕਰਨਾ, ਸਿੱਖਾਂ ਨੂੰ ਖਤਮ ਕਿੱਦਾਂ ਕਰਨਾ, ਸਿੱਖਾਂ ਦਾ ਨਾਮੋ ਨਿਸ਼ਾਨ ਅਸੀਂ ਕਿੱਦਾਂ ਮਿਟਾਉਣਾ ਹੈਗਾ। मरण मुनसा सूर्य हक है जे होए मरण परवानो, सूरा सो पहचानिए जो लड़े दीन के हेत, पुरजा पुरजा कट मरे कब हूं ना छाड़े खेत। वाहिगुरु जी का खालसा वाहिगुरु जी की फतेह। तुसी देख रहे हो पंजाबी विरासत USA चैनल में। हाँ चरणजीत कौर UK ते अज असी जुड़ चुके हाँ गुरु नानक गुरुद्वारा ਸਮੈਦਿਕ ਬਰਮਿੰਘਮ ਵਿਖੇ। ਇੱਥੇ ਗੁਰਦੁਆਰੇ ਵਿੱਚ ਸਾਡੇ ਨਾਲ ਜੁੜ ਚੁੱਕੇ ਹਨ ਸਰਦਾਰ ਗੁਰਦੇਵ ਸਿੰਘ ਚੌਹਾਨ, ਜੋ ਸ਼੍ਰੋਮਣੀ ਅਕਾਲੀ ਦਲ UK ਦੇ ਪ੍ਰਧਾਨ ਹਨ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਪ ਜੀ ਨੂੰ ਜਿਵੇਂ ਪਤਾ ਹੈ ਕਿ 31 ਅਕਤੂਬਰ ਅੱਜ ਦੇ ਦਿਨ 1984 ਦੇ ਵਿੱਚ ਦਿੱਲੀ ਵਿੱਚ ਕੀ ਹੋਇਆ ਸੀ, ਸਾਰਿਆਂ ਨੂੰ ਭਲੀ ਭਾਂਤ ਪਤਾ ਹੈ। ਬਹੁਤ ਹੀ ਦਰਦਨਾਕ ਖੌਫਨਾਕ ਘੱਲੂਘਾਰਾ ਵਾਪਰਿਆ ਸੀ ਦਿੱਲੀ ਵਿੱਚ। ਇੱਕ ਵਾਰੀ 6 ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ। ਹਜ਼ਾਰਾਂ ਹੀ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ 31 ਅਕਤੂਬਰ ਨੂੰ ਤੋਂ ਲੈ ਕੇ 6 ਨਵੰਬਰ ਤੱਕ ਘਮਾਸਾਨ ਦੀ ਜਿਹੜੀ ਜੰਗ ਹੋਈ, ਜਿਹੜੇ ਕਿ ਯੁੱਧ ਹੋਇਆ ਅਤਿਆਚਾਰਾਂ ਤੇ। ਆਪਾਂ ਉਸ ਬਾਰੇ ਸਰਦਾਰ ਗੁਰਦੇਵ ਸਿੰਘ ਚੌਹਾਨ ਜੀ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲੇ ਆਪਾਂ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਇਸ ਨਾਲ ਗੱਲਾਂ ਤੇ ਗੱਲਬਾਤ ਕਰਾਂਗੇ। ਸਰਦਾਰ ਗੁਰਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ ਧੰਨਵਾਦ USA ਚੈਨਲ ਤੇ। ਸੋ ਆਪਾਂ ਗੱਲ ਕਰਦੇ ਹਾਂ ਕਿ ਇੱਕ ਅੱਜ 31 ਅਕਤੂਬਰ ਹੈਗੀ ਆ ਤੇ 1984 ਦੇ ਵਿੱਚ 31 ਅਕਤੂਬਰ ਤੇ ਆਪ ਸਾਰੇ ਜਣੇ ਯੂਕੇ ਦੇ ਵਿੱਚ ਸੀ ਜੀ। ਕੀ ਉੱਥੇ ਜਿਹੜਾ ਹਾਲ ਮੰਜ਼ਰ ਉੱਥੇ ਹੁੰਦਾ ਪਿਆ ਸੀ ਉਹਦੇ ਬਾਰੇ ਤੁਹਾਨੂੰ ਕਿਵੇਂ ਖਬਰ ਮਿਲਦੀ ਸੀ ਕਿ ਉੱਥੇ ਕੀ ਹੋ ਰਿਹਾ ਹੈ? ਆਪਸੀ ਦਾ ਕੋਈ ਸੰਪਰਕ ਉੱਥੇ ਹੁੰਦਾ ਸੀਗਾ? ਇਹ ਵੀ ਜੀ ਗੱਲ ਇਹ ਆ ਵੀ 31 ਅਕਤੂਬਰ 1984 ਜੀ 9:29 ਤੇ ਇੰਦਰਾ ਗਾਂਧੀ ਦੀ ਰੈਜ਼ੀਡੈਂਸ ਦੇ ਉੱਤੇ ਉਹਦਾ ਕਤਲ ਹੋ ਗਿਆ। ਜੀ ਕਿਉਂਕਿ ਇਹ ਟਾਈਮ ਜਿਹੜਾ ਹੈਗਾ 9:29 ਦਾ ਸੀਗਾ ਜਦੋਂ ਉਹਦੀ ਅਸੈਸੀਨੇਸ਼ਨ ਹੋਈ ਹੈਗੀ ਆ। ਜੀ ਔਰ ਨੈਕਸਟ ਡੇ ਜਿਸ ਵੇਲੇ 4.5 ਘੰਟੇ ਦਾ ਫਰਕ ਜੀ। ਆ, ਅਸੀਂ ਪਿੱਛੇ ਸੀ। ਜੀ ਅਰਲੀ ਮਾਰਨਿੰਗ ਜਿਸ ਵੇਲੇ ਹਾਲੇ ਉੱਠ ਕੇ ਮੈਨੇ ਬ੍ਰੇਕਫਾਸਟ ਵਿੱਚ ਚਾਹ ਦਾ ਕੱਪ ਪੀਤਾ ਸੀਗਾ, ਜੀ ਮੇਰੇ ਘਰ ਨੌਕ ਹੋਈ। ਉਸ ਵੇਲੇ ਗੁਰੂ ਘਰ ਦੇ ਵਿੱਚ ਇੱਥੇ ਜਾਣੀ ਦੀ ਚਲੋ ਮਾੜਾ ਮੋਟਾ ਸਾਡਾ ਰੋਲ ਸੀਗਾ। ਹਾਂਜੀ ਉਸ ਹਿਸਾਬ ਦੇ ਉੱਤੇ ਉੱਥੇ ਮੇਰੇ ਕੋਲ ਜਿਸ ਵੇਲੇ BBC ਵਾਲੇ ਉਹਨਾਂ ਆ ਕੇ ਨੌਕ ਕੀਤੀ, ਮੈਂ ਡੋਰ ਖੋਲ੍ਹੀ ਤਾਂ ਕੈਮਰਾ ਮੈਨੂੰ ਕਹਿੰਦਾ ਤੁਸੀਂ ਜਿਹੜਾ ਇੰਦਰਾ ਗਾਂਧੀ ਅਸੈਸੀਨੇਸ਼ਨ ਹੋਈ ਹੈ ਵੀ ਉਹਦੇ ਬਾਰੇ ਤੁਸੀਂ ਕੀ ਕਹੋਗੇ? ਇਹਦੇ ਬਾਰੇ ਹੁਣ ਬੈਕਲੈਸ਼ ਹੋ ਸਕਦਾ ਜਾਂ ਕੀ ਹੋ ਸਕਦਾ? ਜੀ ਤੇ ਮੈਂ ਉਹਨੂੰ ਕਿਹਾ ਮੈਂ ਤਾਂ ਹਾਲੇ ਕੋਈ ਨਿਊਜ਼ ਵੀ ਨਹੀਂ ਦੇਖੀ ਹੈਗੀ ਤੇ ਫਿਰ ਮੈਨੂੰ ਇਹਦੇ ਬਾਰੇ ਮੈਂ ਹਾਲੇ ਕੁਝ ਨਹੀਂ ਕਹਿ ਸਕਦਾ। ਪਰ ਮੈਂ ਕਿਹਾ ਬੈਕਲੈਸ਼, ਮੈਂ ਕਿਹਾ ਹੋਰ ਕਈ ਵਾਰ ਕਈ ਹਸਤੀਆਂ ਅੱਗੇ ਪਹਿਲਾਂ ਵੀ ਉਹਨਾਂ ਦੇ ਅਸੈਸੀਨੇਸ਼ਨ ਹੋ ਚੁੱਕੇ ਹੈਗੇ ਆ, ਜੀ ਉਦੋਂ ਨਹੀਂ ਹੋਇਆ ਵੀ ਹੁਣ ਕੋਈ ਨਹੀਂ। ਚਲੋ ਇੰਨੀ ਗੱਲ ਕਹਿ ਕੇ ਉਹ ਚਲੇ ਗਏ। ਮੁੜ ਕੇ ਮੈਂ ਉਸ ਵੇਲੇ ਘਰੋਂ ਚੱਲ ਕੇ ਇੱਥੇ ਗੁਰਦੁਆਰੇ ਆ ਕੇ ਸਾਰਾ ਫਾਈਂਡ ਆਊਟ ਕੀਤਾ। ਪਤਾ ਲੱਗਾ ਵੀ ਆਹ ਗੱਚੀ ਹੋਏ ਤੇ ਗੋਲੀਆਂ ਲੱਗੀਆਂ ਤਾਂ ਅਗਰ ਉਹਦੇ ਜਿਹੜੇ ਬੋਡੀਗਾਰਡ ਸੀਗੇ ਜੀ ਬੈਂਸਲ ਸਰਵੰਸ ਉਹਨਾਂ ਨੇ ਕਰ ਦਿੱਤਾ। ਜੀ ਹੁਣ ਉਸ ਵੇਲੇ ਜਿਸ ਵੇਲੇ ਕਿਉਂਕਿ ਇਹ ਦਿੱਲੀ ਦੇ ਵਿੱਚ ਜੋ 1 ਨਵੰਬਰ ਤੋਂ ਇਹ ਜ਼ਿਆਦਾ ਭਖਿਆ ਉੱਥੇ ਜੀ 31 ਨੂੰ ਤਾਂ ਇਹ ਸੀ ਨਾ ਵੀ ਜਿਹੜੀ ਇਹਦੀ ਜੰਗਲ ਦੀ ਗਲਤ ਫੈਲ ਗਈ ਉੱਥੇ ਜੀ ਵੀ ਇੰਦਰਾ ਗਾਂਧੀ ਨੂੰ ਸ਼ੂਟ ਕਰ ਦਿੱਤਾ ਗਿਆ ਹੈਗਾ। ਪਰ ਚੱਕ ਕੇ ਇਸ ਵੇਲੇ ਜਾ ਕੇ ਦੇਖਿਆ ਵੀ ਉਹਨਾਂ ਡਿਕਲੇਅਰ ਕਰ ਦਿੱਤਾ ਵੀ ਉਹਨਾਂ ਦੀ ਡੈਥ ਹੋ ਗਈ ਹੈ, ਹਸਪਤਾਲ ਲੈ ਗਏ ਸੀਗੇ। ਤੇ ਉਸ ਤੋਂ ਬਾਅਦ ਫਿਰ ਇਹ ਉਸ ਰਾਤ ਨੂੰ ਤੁਸੀਂ ਸਮਝ ਲਓ ਵੀ ਪਲੈਨਿੰਗ ਕੀਤੀ ਗਈ ਹੈਗੀ ਹੈ ਵੀ ਕੀ ਕਰਨਾ ਇੱਥੇ। ਮਤਲਬ ਰਾਤੋਂ ਰਾਤੀ ਪਲੈਨਿੰਗ ਸਾਰੀ ਉੱਥੇ ਜੋ ਦਿੱਲੀ ਦੇ ਵਿੱਚ ਹੋਇਆ ਨਾ, ਜੋ ਜਿੰਨਾ ਕੰਟੈਕਟ ਜੋ ਵੀ ਅਸੀਂ ਕਿਸੇ ਨੂੰ ਕੰਡੇ ਕੇ ਪੁੱਛਦੇ ਸੀਗੇ ਜੀ ਵੀ ਇੱਕਦਮ ਉੱਥੇ ਦਾ ਨਹੀਂ ਸ਼ੁਰੂ ਹੋਇਆ ਹੈਗਾ। ਤੇ ਫਿਰ ਮਤਲਬ ਉਸ ਵੇਲੇ ਪਲੈਨਿੰਗ ਕੀਤੀ, ਫਿਰ ਲੱਭੀ ਇਹ ਬਹੁਤ ਇਹ ਮਾੜਾ ਕੀਤਾ ਸਿੱਖਾਂ ਨੇ ਕੀਤਾ, ਇਹ ਕਿਉਂ ਕੀਤਾ, ਇਹ ਹੈ ਵਾਹ ਹੈ। ਸਮਝ ਲਓ ਵੀ 72 ਘੰਟੇ ਤਾਂ ਉਹਨੇ ਇਦਾਂ ਦੇ ਦਿੱਤੇ ਸੀਗੇ ਵੀ 72 ਘੰਟੇ ਦੇ ਵਿੱਚ ਜਾਨੀ 1 ਤੋਂ 6 ਜੂਨ ਜਦੋਂ ਜ਼ਿਆਦਾ ਬਣ ਜਾਂਦੇ, ਲੇਕਿਨ 72 ਘੰਟੇ ਦੇ ਇਹ ਸੀ ਵੀ ਤੁਹਾਡੇ ਕੋਲ ਜੋ ਹੁੰਦਾ ਉਹ ਕਰੀ ਜਾਓ। ਖੁੱਲੀ ਛੂਟ ਮਤਲਬ ਉਹਨਾਂ ਨੂੰ ਦੇ ਦਿੱਤੀ ਸੀ। ਬਸ ਕਿਸੇ ਦੀ ਕੋਈ ਸੁਣਵਾਈ ਨਾ, ਜੇ ਕੋਈ ਨੱਠ-ਭੱਜ ਕਰਦਾ ਵੀ ਸੀਗਾ ਲੇਕਿਨ ਕੋਈ ਸੁਣਵਾਈ ਨਾ ਸੀ ਉੱਥੇ। ਫਿਰ ਇਹੀ ਸੀਗਾ ਵੀ ਜਿਹੜੇ ਜੋ ਅਸੀਂ ਜਦੋਂ ਇੱਥੇ ਸੁਣਿਆ, ਇੱਥੇ ਇਸ ਵੇਲੇ ਜਾਣੀ ਲੰਚ ਤੱਕ ਜਾਣੀ ਆਮ ਤੇ ਉਹ ਗੱਲ ਸਾਹਮਣੇ ਆ ਗਈ ਜੀ ਤੇ ਇਕੱਠ-ਮੱਠ ਹੋਣ ਲੱਗ ਪਿਆ। ਜਾਣੀ ਹਰ ਬੰਦਾ ਆਪਣੇ ਸੈਂਟਰ 'ਚ ਆਉਂਦਾ ਪਿਆ, ਸਾਡਾ ਸੈਂਟਰ ਗੁਰਦੁਆਰਾ ਹੀ ਆ। ਜੀ ਇੱਥੇ ਆ ਕੇ ਜਾਣੀ ਦੀ ਇੱਥੇ ਮੈਨੂੰ ਯਾਦ ਆ ਵੀ ਅਸੀਂ ਜਾਣੀ ਜਵਾਨ ਸਾਹਿਬ ਕੀ ਸੁਣਿਆ, ਕਿੱਦਾਂ ਆ, ਮਤਲਬ ਦੁੱਖ ਮਨ ਹੋ ਰਹੇ ਸੀ ਵੀ ਜਾਣੀ ਵੀ ਸੁਣਨਾ ਕੀ ਵੀ ਜੋ ਤੁਸੀਂ ਸੁਣ ਰਹੇ ਹੋ, ਅਸੀਂ ਸੁਣ ਰਹੇ ਹੈਗੇ ਆ ਵੀ ਜੋ ਕੁਝ ਉੱਥੇ ਹੋ ਰਿਹਾ ਦਿੱਲੀ ਦੇ ਵਿੱਚ ਇਸ ਵੇਲੇ ਕਤਲੇਆਮ ਸ਼ੁਰੂ ਹੋ ਚੁੱਕਾ ਹੈਗਾ। ਕਤਲੇਆਮ ਵੀ ਜਿਹੜਾ ਹੈਗਾ ਉਹ ਸਿੱਖਾਂ ਦਾ। ਉਸ ਵੇਲੇ ਇਉਂ ਰੱਖ ਲਓ ਯੂਪੀ ਤੋਂ ਜਾਂ ਕੋਈ ਹਰਿਆਣੇ ਤੋਂ ਉਸ ਵੇਲੇ ਇਹ ਸੁਣ ਚਾਹੁੰਦਾ ਵੀ ਟ੍ਰੇਨ ਇੱਕ ਭਰ ਕੇ ਉੱਥੇ ਆਈ ਆ, ਜਿਹੜੇ ਆਪਣੇ ਮੋਬ ਸੀਗਾ ਰਾਈਟ ਜੀ ਉਹਨਾਂ ਨੇ ਆ ਕੇ ਫਿਰ ਜਾਣੀ ਜੋ ਵੀ ਜਿੱਦਾਂ ਉਹਨਾਂ ਨੂੰ ਗਾਈਡੈਂਸ ਦਿੱਤੀ ਗਈ ਆ, ਜਿੱਦਾਂ ਹੁਣ ਸੱਜਣ ਕੁਮਾਰ ਸੀਗਾ, ਟਾਈਟਲਰ ਸੀਗਾ, ਇਹ ਬੰਦੇ ਮੁਰਜ। ਹਾਲਾਂਕਿ ਦੇਖਿਆ ਜਾਵੇ ਵੀ ਭਰਿਓ ਮਾਨਸੋ ਤੁਸੀਂ, ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਕਤਲ ਕਿਸੇ ਦਾ ਹੀ ਮਾੜਾ, ਕਤਲ ਹੋਣਾ ਨਹੀਂ, ਜਿਹੜੀ ਕਤਲ ਜਿਹੜੀ ਹੈਗੀ ਆ ਉਹਦੀ ਸਜ਼ਾ ਵੀ ਮਿਲਣੀ ਜਾਂ, ਪਰ ਗੱਲ ਇਹ ਉਹ ਕਾਨੂੰਨ ਸਜ਼ਾ ਦੇਵੇ ਜਿਹਨੇ ਕਤਲ ਕੀਤਾ। ਪਰ ਜੇ ਕਾਨੂੰਨ ਆਂਦਾ ਹੋਏ ਸਜ਼ਾ ਕਿੱਥੋਂ ਦੇਗਾ? ਜੇ ਕਾਨੂੰਨ ਸਜ਼ਾ ਹੁੰਦੇ, ਪਰ ਲੇਕਿਨ ਤੁਸੀਂ ਹੁਣ ਇੰਦਰਾ ਗਾਂਧੀ ਤਾਂ ਇੱਕ ਸੀ ਪ੍ਰਾਈਮ ਮਿਨਿਸਟਰ ਸੀ ਉਹ ਜੀ, ਠੀਕ ਹੈ, ਉਹਦਾ ਕਤਲ ਹੋ ਗਿਆ। ਜਿਹੜੇ ਕੋਈ 8000 ਫਿਗਰ ਦਿੰਦਾ, ਕੋਈ 10 ਫਿਗਰ ਤਾਂ ਇੱਥੇ ਸਹੀ ਤਾਂ ਫਿਗਰ ਆਈ ਨਹੀਂ ਹੈਗੀ।
ਮੈਂ ਉੱਥੇ ਕਹਿੰਦਾ 8000 ਕਹਿੰਦੇ 8000 ਤੇ ਉੱਥੇ ਕਹਿੰਦਾ ਕਿੰਨੇ ਮਰੇ ਆ, ਉੱਥੇ ਤਾਂ ਜਾਨੀ 8000 ਦੀ ਫਿਗਰ ਤਾਂ ਜਿਹੜੀ ਉਹ ਕਹਿੰਦੇ ਆ। ਜੀ ਫਿਰ ਇੰਦਰਾ ਗਾਂਧੀ ਦੇ ਇੱਕ ਸੀ, ਫਿਰ 8000 ਰੁਪਏ ਕਾਹਤੇ ਮਾਰਿਆ? ਬਿਲਕੁਲ ਸਹੀ ਗੱਲ ਹੈ। ਇੰਦਰਾ ਗਾਂਧੀ ਇੱਕ ਮਰੇ ਤੇ ਇੱਕ ਦੇ ਬਦਲੇ 8000 ਕਾਹਤੇ ਮਾਰਿਆ? 2-10 ਮਾਰਦੇ ਵੀ ਤੂੰ ਆਪਣੇ ਮਾੜਾ ਮੋਟਾ ਵਾ ਗੁੱਸਾ ਕੱਢ ਲੈਂਦੇ, ਠੀਕ ਆ ਜੀ। ਲੇਕਿਨ 72 ਘੰਟੇ ਉੱਥੇ ਮੌਤ ਦਾ ਤਾਂਡਵ ਹੋਇਆ, ਜਿਹਨੂੰ ਸੁਣ ਕੇ ਇਸ ਮੁਲਕ ਦੇ ਵਿੱਚ ਹੁਣ ਬਹੁਤਿਆਂ ਦੇ ਬੰਦੇ ਦਿੱਲੀ ਵਿੱਚ ਰਿਹਾਇਸ਼ ਸੀ ਉਹਨਾਂ ਦੀ ਜੀ। ਔਰ ਮੈਨੂੰ ਕਈਆਂ ਚਾਂਸਸ ਤੋੜਨਾ ਕਿ ਵੀ ਨਹੀਂ ਸਾਡੇ ਸਰੀਕੇ ਭਾਈਚਾਰੇ ਸਾਡੇ ਚਾਚੇ ਲੱਗਦੇ ਉੱਥੇ ਹੈਗੇ ਆ, ਪਰ ਜਾਨੀ ਮੈਂ ਕਿਹਾ ਵੀ ਹਾਲੇ ਤੱਕ ਕੰਟੈਕਟ ਕੋਈ ਹੋਇਆ ਨਹੀਂ ਹੈਗਾ, ਕੋਸ਼ਿਸ਼ ਕਰ ਰਹੇ ਹੈਗੇ ਆ। ਉਹਨਾਂ ਦੇ ਛੋਟੇ ਬ੍ਰਦਰ ਤੇ ਡਰ ਵੀ ਰਹਿੰਦੇ ਸੀਗੇ, ਉਹਨਾਂ ਨੂੰ ਟੈਲੀਫੋਨ ਕਰਕੇ ਪੁੱਛਿਆ ਵੀ ਲਵੇ ਆਹ ਗੱਲ ਹੋ ਰਹੀ ਆ ਵੀ ਤੁਸੀਂ ਬੜੇ ਚਾਚਾ ਜੀ ਦਾ ਪਤਾ ਕਰੋ ਵੀ ਕਿੱਦਾਂ ਸਾਰੇ ਸੇਫ ਹੈ ਜਾਂ ਕਿੱਦਾਂ ਹੈਗੇ ਆ। ਉਹਨਾਂ ਨੇ ਵੀ ਉਹ ਟਰਾਈ ਕਰਦੇ ਰਹੇ। ਮੇਰਾ ਖਿਆਲ ਹੈ ਵੀ ਤਕਰੀਬਨ 1 ਨਵੰਬਰ ਨੂੰ ਰਾਤ ਨੂੰ ਉਹਨਾਂ ਦਾ ਲੇਟ ਟੈਲੀਫੋਨ ਆਇਆ ਵੀ ਉਹ ਠੀਕ ਹੈ, ਸੇਫ ਹੈ, ਤੇ ਬਚੇ ਹੋਏ ਆ, ਵੀ ਆਪਣੀ ਕੋਸ਼ਿਸ਼ ਉਹ ਕਰ ਰਹੇ, ਕਿੱਥੇ ਇਕੱਠੇ ਹੋ ਕੇ ਜਾਨੀ ਬੈਠੇ ਹੈਗੇ ਬੰਦੇ, ਜਾਨੀ ਗੁਰਦੁਆਰੇ ਚ ਇਕੱਠੇ ਹੋ ਰਹੇ ਸੀਗੇ। ਲੇਕਿਨ ਉਸ ਵੇਲੇ ਪੈਨਿਕ ਰੱਖ ਲਓ ਜਾਂ ਗੁੱਸਾ ਵੀ ਬਹੁਤ ਸੀਗਾ। ਪੈਨਿਕ ਸੀ ਕਿ ਸਾਡੇ ਬੰਦਿਆਂ ਨੂੰ ਕਿਸੇ ਨੂੰ ਨੁਕਸਾਨ ਨਾ ਹੋ ਜਾਵੇ। ਹਰ ਬੰਦੇ ਨੂੰ ਜਿਹਨੂੰ ਸਭ ਤੋਂ ਪਹਿਲੀ ਪ੍ਰਾਇੋਰਟੀ ਹੁੰਦੀ ਵੀ ਸਾਡਾ ਆਪਣਾ ਕੋਈ ਬੰਦਾ ਨਾ ਉਹਨੂੰ ਆਹ ਨੁਕਸਾਨ ਨਾ ਹੋ ਜਾਵੇ। ਦੋਸਤੋ, ਉਦੋਂ ਅਗਲੀ ਬਾਤ ਸਾਡੀ ਕੌਮ ਦਾ ਕੀ ਹੋ ਰਿਹਾ, ਉਹ ਦਰਦ ਇੱਥੇ ਮਤਲਬ ਏਦਾਂ ਲੋਕਾਂ ਦਾ ਤਾਂ ਲੱਗਾ ਸੀਗਾ, ਜਾਨੀ ਸੰਗਤ ਦਾ, ਜਾਨੀ ਹਰ ਬੰਦਾ ਕੰਮ ਤੋਂ ਹਟ ਕੇ ਸਿੱਧਾ ਗੁਰਦੁਆਰੇ ਨੂੰ ਆ ਰਿਹਾ ਸੀਗਾ ਵੀ ਗੁਰਦੁਆਰੇ ਵੀ ਉੱਥੋਂ ਪਤਾ ਲੱਗੀ ਵੀ ਕੀ ਉੱਥੇ ਕਿਹੜੀ ਸਿਚੁਏਸ਼ਨ ਹੈਗੀ ਆ। ਆਮ ਹੁੰਦਾ ਸੀਗਾ ਉਹਨਾਂ ਦਾ ਉਸ ਵੇਲੇ ਇਹ ਹੁੰਦਾ ਸੀ ਪਹਿਲਾਂ ਵੀ ਸਾਨੂੰ ਅਜੇ ਨੱਠ ਭੱਜ ਕਰਕੇ ਜੋ ਵੀ ਹੈਗਾ ਵੀ ਅਸੀਂ ਕੋਸ਼ਿਸ਼ ਕਰਦੇ ਵੀ ਨਿਊਜ਼ੀਲੈਂਡ ਦੀ ਵੀ ਉੱਥੋਂ ਰਿਲੀਜ਼ ਮਿਲਣੀ ਹੈਗੀ ਆ। ਲੇਕਿਨ ਵਰੀਡ ਸਾਰੀ ਸੀ ਵੀ ਕਿਉਂ ਇਹ ਹੋ ਰਿਹਾ, ਕਾਹਤੇ ਹੋ ਰਿਹਾ। ਲੇਕਿਨ ਉਸ ਚੀਜ਼ ਦੇ ਕਿਸੇ ਨੂੰ ਉੱਥੇ ਨੱਥ ਨਹੀਂ ਪਾਈ। ਚਾਹੇ ਜਿਹੜੀ ਪਲੀਜ਼ ਜਿਸ ਕੰਟਰੀ ਦਾ ਪ੍ਰੋਸੈਸ਼ਨ ਜਿਹੜਾ ਹੈਗਾ ਉਹ ਆਪ ਹੀ ਜ਼ਾਲਮਾਨਾ ਜਿਹੜੇ ਉਹਨਾਂ ਦੀ ਨੀਤੀ ਹੋ ਜਵੇ ਤਾਂ ਬਚਾਉਣਾ ਕਿਸ ਨੇ ਹੈਗਾ। ਔਰ ਉਹ ਜਿਹੜਾ ਸੀਗਾ ਮਤਲਬ ਰਾਤ ਤੱਕ ਅੱਧੀ ਦੀ ਰਾਤ 11 ਵਜੇ ਤੱਕ ਇੱਥੇ ਗੁਰਦੁਆਰੇ ਲੋਕਾਂ ਨੇ ਬੈਠੇ ਰਹਿਣਾ। ਹਰ ਰੋਜ਼ 6 ਨਵੰਬਰ ਤੱਕ ਤਕਰੀਬਨ ਹਰ ਰੋਜ਼ ਲੋਕ ਗੁਰੂ ਘਰ ਆਉਂਦੇ ਸੀ ਔਰ ਕੀ ਲੇਟੈਸਟ ਹੈਗੀ ਉਸ ਪਿੱਛੇ ਜਾਂਦੇ ਸੀ। ਫਿਰ ਹੁਣ ਉਹ ਇੱਕ ਥਾਂ ਨਹੀਂ, ਕਾਨਪੁਰ ਦੇ ਵਿੱਚ, ਬਖਾਰੋ ਦੇ ਵਿੱਚ, ਹੋਰ ਵੀ ਬੜੇ ਸ਼ਹਿਰਾਂ 'ਚ। ਅਫਸੋਸ ਦੀ ਗੱਲ ਇਹ ਹੈ ਵੀ ਜਿੱਥੋਂ ਲੋਕਾਂ ਦੇ ਵਿੱਚ ਬਹੁਤਾ ਰੋਹ ਇੱਥੇ ਵੀ ਹੋਇਆ ਉਹ ਇਹ ਵੀ ਜਦੋਂ ਇਹ ਬੰਗਾਲ 'ਚ ਗਿਆ ਸੀਗਾ ਰਾਜੀਵ ਗਾਂਧੀ, ਜਦੋਂ ਉਹਨੂੰ ਪਤਾ ਲੱਗਿਆ ਉੱਥੇ ਇਹਨੂੰ ਪਤਾ ਲੱਗਿਆ ਵੀ ਆਹ ਕੁਝ ਹੋ ਰਿਹਾ, ਇਹਨੂੰ ਉਸ ਵੇਲੇ ਉੱਥੋਂ ਜਿਹੜਾ ਸਟੇਟਮੈਂਟ ਦੇਤੀ, ਜब कोई बड़ा दरख्त गिरता है तो धरती हिलती है। ਹੁਣ ਮਹਾਤਮਾ ਗਾਂਧੀ ਬੜਾ ਦਰਖਤ ਹੀ ਸੀਗਾ, ਫਿਰ ਉਸ ਸਮੇਂ ਧਰਤੀ ਕਿਉਂ ਨਹੀਂ ਹਿੱਲੀ? ਉਹ ਬਾਪੂ ਆ ਥੋੜਾ ਕੌਮ ਦਾ। ਅਸੀਂ ਤਾਂ ਬਾਪੂ ਨਹੀਂ ਕਹਿੰਦੇ ਉਹਨੂੰ, ਅਸੀਂ ਤਾਂ ਜੇ ਉਹ ਮਹਾਤਮਾ ਸੀ ਅਸੀਂ ਕਹਿੰਦੇ ਚਲੋ ਉਹ ਚੰਗਾ ਬੰਦਾ ਸੀ, ਰਿਸਪੈਕਟ ਕਰਦੇ ਹਾਂ। ਤੁਹਾਡਾ ਤੁਸੀਂ ਕਹਿੰਦੇ ਨੇਸ਼ਨ ਦਾ ਬਾਪੂ ਸੀ, ਉਹ ਤੁਹਾਡੇ ਨੇਸ਼ਨ ਦਾ ਬਾਪੂ ਮਰ ਗਿਆ, ਉਦੋਂ ਧਰਤੀ ਕਦੇ ਨਾ ਹਿੱਲੀ। ਹਰ ਬੰਦਾ ਜਦੋਂ ਇੱਥੇ ਬਹਿੰਦੇ ਸੰਗਤ ਵਿੱਚ ਜਾਂ ਇਕੱਠੇ ਹੋ ਕੇ ਬਹਿੰਦੇ, ਹਰ ਬੰਦਾ ਹੀ ਵੀ ਇਹ ਜਾਣ ਬੁੱਝ ਕੇ ਸਾਡੀ ਕੌਮ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈਗਾ। ਕਿਉਂਕਿ ਮੈਨੂੰ ਯਾਦ ਆ ਮੈਂ BBC ਦੇ ਉੱਤੇ ਇੰਟਰਵਿਊ ਇੰਦਰਾ ਗਾਂਧੀ ਦੀ ਸੁਣੀ ਸੀ। ਉਸ ਵੇਲੇ ਉਹਨੂੰ ਉਹ ਪੁੱਛਦੇ ਵੀ ਤੂੰ ਜੋ ਕੀਤਾ ਹੈਗਾ ਵੀ ਤੈਨੂੰ ਡਰ ਨਹੀਂ ਲੱਗਦਾ? ਉਹ ਕਹਿੰਦੀ ਮੈਨੂੰ ਪਤਾ ਵੀ ਮੇਰੇ ਨਾਲ ਕੀ ਹੋਣਾ ਹੈਗਾ। ਉਹ ਕਹਿੰਦੀ ਵੀ ਸਿੱਖ ਹਿਸਟਰੀ ਤੋਂ ਪੜ੍ਹੀ ਨਹੀਂ ਹੈ, ਸਿੱਖ ਹਿਸਟਰੀ ਤੋਂ ਜਾਣਦੀ ਨਹੀਂ। ਉਹ ਕਹਿੰਦੀ ਵੀ ਮੈਂ ਰਾਤ ਨੂੰ ਨੀਂਦ ਦੀਆਂ ਇੰਨੀਆਂ ਗੋਲੀਆਂ ਖਾ ਕੇ ਸੌਂਦੀ, ਮੈਨੂੰ ਰਾਤ ਸਾਰੀ ਰਾਤ ਨੀਂਦ ਨਹੀਂ ਆਉਂਦੀ ਹੈਗੀ। ਮਤਲਬ ਜਿਹੜਾ ਕਿ ਕੰਮ ਉਹਨੇ 1984 ਹਰਮੰਦਰ ਸਾਹਿਬ ਉਹਦੇ ਨਾਲ ਜਾਣੇ ਦੀ ਉਹ ਇੰਨੀ ਮੈਂਟਰੀ, ਇਹ ਮੈਂ ਆਪ ਕੰਨੀ ਸੁਣਿਆ ਸੀ, ਇੰਨੀ ਉਹਦੀ ਡਿਸਟਰਬੈਂਸ ਉਹਨੂੰ ਸੀਗੀ। ਔਰ ਫਿਰ ਕਿ ਤੁਹਾਨੂੰ ਪਤਾ, ਉਹ ਕਹਿੰਦੀ ਮੈਨੂੰ ਪਤਾ ਮੈਨੂੰ ਕੀ ਹੋਣਾ। ਹੁਣ ਉਹ ਜਿਹੜੇ ਲਫ਼ਜ਼ ਉਹਦੇ ਸੀਗੇ ਸ਼ੀ ਵਾਜ਼ ਐਕਸਪੈਕਟਡ, ਲੇਕਿਨ ਉਹ ਇਹ ਐਕਸਪੈਕਟ ਨਹੀਂ ਕਰਦੀ ਸੀ ਵੀ ਮੇਰੇ ਜਿਹੜੇ ਬੋਡੀਗਾਰਡ ਆ ਤੇ ਮੈਨੂੰ ਇਹ ਕਰ ਦੇਣਗੇ। ਲੇਕਿਨ ਉਹ ਇਹ ਇੱਥੇ ਮਿਸਜੱਜ ਕਰ ਗਈ ਆ ਵੀ ਇਹ ਵੀ ਸਿੱਖਿਆ ਵੀ
ਇਹਨਾਂ ਦਾ ਦਰਬਾਰ ਸਾਹਿਬ ਦੇ ਉੱਤੇ ਮੈਂ ਆਹ ਕੰਮ ਕਰ ਦਿੱਤਾ ਹੈਗਾ ਵੀ ਇਹ ਕਿਤੇ ਮੈਂ ਬਜਾਏ ਨੂੰ ਬਦਲਣਾ ਜਾਂ ਕੁਝ ਵੀ ਇੱਥੇ ਇਹ ਵੀ ਮੈਂ ਇਹ ਕਹਿੰਦਾ ਇੱਕ ਕਲਾਸੀ ਮਾਰਕੀ ਇਹ ਸਾਰੀਆਂ ਗੱਲਾਂ ਇੱਥੇ ਬਹਿ ਕੇ ਵੀ ਅਸੀਂ ਆਮ ਜਿੰਨੇ ਵੀ ਬੈਠੇ ਜਾਂ ਕਮੇਟੀ ਸਾਡਾ ਭਰਿਆ ਹੁੰਦਾ ਸੀਗਾ ਜੀ ਫਿਰ ਜਾਣੀ ਜਦੋਂ ਸੰਗਤ ਦੇ ਜਾਣ ਗੁਰਦੁਆਰੇ ਵੀ ਬਾਹਰ ਨਿਕਲੇ ਵੀ ਇਹੀ ਥੈਂਕ ਦੇ ਰੋਸ ਜੀ ਕੋਈ 10-20 ਇੱਥੇ ਬੰਦੇ ਖੜੇ ਆ 10-20 ਇੱਥੇ ਖੜੇ ਰੋਡ ਦੇ ਉੱਤੇ ਹਰ ਬੰਦਾ ਜਿਹਨੂੰ ਉਹ ਮਹਿਸੂਸ ਕਰਦੇ ਸੀਗੇ ਵੀ ਮੈਂ ਦੱਸ ਨੂੰ ਪਤਾ ਵੀ ਜਾਣੀ ਉਹ ਪੰਜਾਬੀ ਕਿਤੇ ਬਾਹਰ ਨਿਕਲ ਜਾਣਾ ਚਾਂਸਾ ਦੱਸੋ ਕੀ ਲੇਟਸ ਕੀ ਹੈਗੀ ਜਾਂ ਕੀ ਹੈਗੀ ਉਹਨੂੰ ਪਤਾ ਵੀ ਗੁਰਦੁਆਰੇ ਇਹ ਇਹਨਾਂ ਦੇ ਟੈਲੀਫੋਨ ਯੂਜ਼ ਕਰਕੇ ਸਾਰੀ ਫਾਈਂਡ ਆਊਟ ਕਰਦੇ ਸੀਗੇ ਵੀ ਕੀ ਸਿਚੁਏਸ਼ਨ ਹੈਗੀ ਆ ਟੈਲੀਫੋਨ ਲਾਈਨਾਂ ਵੀ ਬੰਦ ਕੀਤੀ ਹੋਈ ਸੀ ਕਿਉਂਕਿ ਸੰਪਰਕ ਆਵੇ ਜਾਵੇ ਨਾ ਬਿਲਕੁਲ ਜਾਣੀ ਉਹ ਤਾਂਡਵ ਹੋਇਆ ਮੌਤ ਦਾ ਨਾਚ ਹੋਇਆ ਵੀ ਜਿਸ ਨਾਚ ਨੇ ਅੱਜ ਤੱਕ ਸਿੱਖ ਕੌਮ ਦੇ ਵਿੱਚ ਠੀਕ ਆ ਕੌਮ ਦੇ ਵਿੱਚ ਗਦਾਰ ਵੀ ਪੈਦਾ ਹੋ ਰਹੇ ਆ ਜੀ ਹੈਗੇ ਬਹੁਤ ਜੇ ਅਸੀਂ ਗਦਾਰ ਨਾ ਹੁੰਦੇ ਨਾ ਤਾਂ ਸਾਡੇ ਵੱਲ ਕਿਸੇ ਦੀ ਝਾਕਣ ਦੀ ਜ਼ਰੂਰਤ ਨਾ ਪੈਂਦੀ ਕਿਉਂਕਿ 135 ਬੰਦਿਆਂ ਨੇ ਸ਼ਹੀਦੀ ਦਿੱਤੀ ਆ ਹੈਂਗ ਹੋਏ ਆਪਣੇ ਦੂਜੇ ਬੱਚੇ ਆਜ਼ਾਦੀ ਲੜਾਈ ਲੜ ਰਹੇ ਸੀ ਜਿਨ੍ਹਾਂ ਵਿੱਚੋਂ 93 ਸਿੱਖ ਆ ਔਰ ਜਿਹੜੇ ਅਸੀਂ ਉਸ ਵੇਲੇ ਮਤਲਬ ਇੱਕ ਸਬਕ ਪਰਸਨ ਸੀਗੇ ਸਾਰੀ ਪਾਪੂਲੇਸ਼ਨ ਬਿਲਕੁਲ ਬਹੁਤ ਘੱਟ ਸਮਝ ਗਏ ਤੁਸੀਂ ਹਾਂਜੀ ਹੁਣ ਅਫਸੋਸ ਦੀ ਗੱਲ ਇਹ ਆ ਵੀ ਸਾਨੂੰ ਉਸ ਚੀਜ਼ ਦਾ ਖਿਮਿਆਜਾ ਇਹ ਭੁਗਤਣਾ ਪਿਆ ਵੀ ਇਹ ਗੱਲ ਕਿਉਂ ਕਹਿੰਦੇ ਹੈਗੇ ਆ ਅੱਜ ਵੀ ਤੁਸੀਂ ਦੇਖ ਲਓ ਜੀ ਇਹ ਕੂਟਨੀਤੀ ਜਲਿਆਂਵਾਲੇ ਬਾਗ ਦਾ ਨਕਸ਼ਾ ਬਦਲ ਕੇ ਰੱਖਤਾ ਜੀ ਬਿਲਕੁਲ ਸਮਝੀ ਗੱਲ ਤੁਸੀਂ ਕਾਰਨ ਕਿ ਸਾਡੇ ਆਪਣੇ ਗਦਾਰ ਵਿੱਚ ਬੈਠੇ ਹੈਗੇ ਆ ਉਸ ਵੇਲੇ ਵੀ ਬੈਠੇ ਸੀਗੇ ਹੁਣ ਜੇ ਦੇਖਿਆ ਜਾਵੇ ਇਹ ਜਿਹੜਾ ਸੱਜਣ ਕੁਮਾਰ ਤਾਂ ਜਾਂ ਜਿਹੜਾ ਟਾਈਟਲ ਇਹ ਪੰਜਾਬ ਦੇ ਪੰਜਾਬੀ ਸੀਗੇ ਜੇ ਤੁਸੀਂ ਦਿੱਲੀ ਜਾ ਕੇ ਬੈਠੇ ਆ ਅਸੀਂ ਇੰਗਲੈਂਡ ਜਾ ਕੇ ਬੈਠੇ ਸਾਡਾ ਜੜਾ ਤਾਂ ਸਾਡੇ ਪੰਜਾਬ ਦਾ ਜੜ ਤਾਂ ਪੰਜਾਬ ਨਾਲ ਹੀ ਆ ਜੀ ਔਰ ਅਸੀਂ ਪੰਜਾਬ ਦੀ ਬਿਹਤਰੀ ਸੋਚਦੇ ਵੀ ਆ ਔਰ ਇਹ ਲੋਕ ਮੈਨੂੰ ਇੱਥੇ ਦੀ ਗੱਲ ਯਾਦ ਆ ਸੁਪਰਡੈਂਟ ਲਿਵਸ ਵੀ ਇੱਥੇ ਦਾ ਵੈਸਟਮਿੰਸਟਰ ਦਾ ਚੀਫ ਸੀਗਾ ਜੀ ਪਬਲਿਕ ਰਿਲੀਜਨ ਅਫੀਸਰ ਸੀਗਾ ਉਸ ਸ਼ਖਸ ਨੇ ਕੋਈ ਇੱਥੇ ਕੋਈ ਪ੍ਰੋਬਲਮ ਆ ਗਈ ਸੀ ਮੈਂ ਉਸ ਵੇਲੇ ਪਹਿਲੀ ਵਾਰ ਪ੍ਰੈਜ਼ੀਡੈਂਟ ਸੀਗਾ ਜੀ ਤਾਂ ਮੇਰੇ ਕੋਲ ਆ ਕੇ ਬੈਠਾ ਮੈਨੂੰ ਗੱਲਾਂ ਬਹੁਤ ਗੱਲਾਂ ਹੋਣ ਤੋਂ ਬਾਅਦ ਮੈਨੂੰ ਕਹਿੰਦਾ ਮਿਸਟਰ ਪ੍ਰੈਜ਼ੀਡੈਂਟ ਕਹਿੰਦਾ ਵੀ ਅਫਸੋਸ ਕਹਿੰਦਾ ਆਮ ਫੀਲਿੰਗ ਵੈਰੀ ਸੌਰੀ ਕਹਿੰਦਾ ਤੁਹਾਡੀ ਕੌਮ ਕਹਿੰਦਾ ਬਹੁਤ ਬਰੇਵ ਆ ਬਟ ਕਹਿੰਦਾ ਮੈਂ ਕਹਿੰਦਾ ਕੀ ਦੇਖ ਰਹੇ ਹਾਂ ਤੁਹਾਡੀ ਕੌਮ ਜਿਹੜੀਆਂ ਸਾਡੀਆਂ ਬੈਡ ਗੱਲਾਂ ਇੱਥੇ ਦੀਆਂ ਉਹ ਅਡਾਪਟ ਕਰ ਰਹੀ ਆ ਕਹਿੰਦਾ ਤੁਹਾਡੇ ਨੌਜਵਾਨਾਂ ਨੂੰ ਦੇਖ ਰਹੇ ਹਾਂ ਔਰ ਕਹਿੰਦਾ ਅਸੀਂ ਤੁਹਾਡੀਆਂ ਜਿਹੜੀਆਂ ਚੰਗੀਆਂ ਗੱਲਾਂ ਸੀ ਉਹ ਅਡਾਪਟ ਕਰ ਰਹੇ ਹਾਂ ਜਦੋਂ ਅਸੀਂ ਕਹਿੰਦਾ ਮੈਂ ਹੁਣ ਕਹਿੰਦਾ ਮੇਰਾ ਬਾਹ ਉਹ ਹੋਲੀ ਕੁਰਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀਗਾ ਹਾਂਜੀ ਜਦੋਂ ਕਿਸੇ ਬੈਠੇ ਨੇ ਕਹਿਣਾ ਗੁਰੂ ਅਰਜਨ ਦੇਵ ਸੈਡ ਔਨ ਸੱਚ ਐਂਡ ਸੱਚ ਪੇਜ ਸੋ ਐਂਡ ਸੋ ਹਿਮ ਸੇ ਦੈਟ ਅਸੀਂ ਹੈਰਾਨ ਰਹਿਣਾ ਵੀ ਉਹਨੇ ਇੰਨੀ ਸਟੱਡੀ ਕੀਤੀ ਹੋਈ ਸੀ ਪਰ ਅਸੀਂ ਆਪ ਆਪਣੇ ਗੁਰੂ ਨੂੰ ਤਾਂ ਹਾਲੇ ਤੱਕ ਜਾਣਦੇ ਵੀ ਨਹੀਂ ਮੈਂ ਉਸ ਬੰਦੇ ਨੇ ਸਵੇਲੇ ਮੈਨੂੰ ਕਹਿਣਾ ਭਈ ਆਪਣੇ ਸੋਹਣਾ ਸਾਹਿਬ ਯੂ ਆਰ ਗ੍ਰੇਟ ਇੰਨੀ ਤੇਰੀ ਮੈਂ ਫਿਰ ਉਸ ਤੋਂ ਬਾਅਦ ਉਹ ਧਰਮਾਂ ਦੇ ਉੱਤੇ ਹੋਮ ਹਾਊਸ ਦੇ ਨਾਲ ਉਹਨਾਂ ਨੂੰ ਰੱਖਿਆ ਸੀਗਾ ਭਈ ਐਡਵਾਈਸ ਕਰਨ ਵਾਸਤੇ ਉਹ ਬੰਦਾ ਇਹਨਾਂ ਲੱਗ ਸੀ ਉਹ ਕਹਿੰਦਾ ਵੀ ਅਫਸੋਸ ਇਹ ਆ ਜਿੰਨੀਆਂ ਗੁੱਡ ਗੱਲਾਂ ਤੁਹਾਡੇ ਮਜ਼ਹਬ ਦੇ ਤੁਹਾਡੀ ਕੌਮ ਦੇ ਵਿੱਚ ਆ ਉਹਨੂੰ ਭੁਲਾ ਕੇ ਚੰਗੀ ਬੈਡ ਅਡਾਪਟ ਕਰ ਅਸੀਂ ਤੁਹਾਡੀਆਂ ਉਹ ਗੱਲਾਂ ਆਪ ਅਡਾਪਟ ਕਰ ਰਹੇ ਹਾਂ ਚੰਗੇ ਗੁਣ ਸਾਡੇ ਉਹ ਲੈ ਰਹੇ ਸਨ ਤੇ ਉਹਨਾਂ ਦੀਆਂ ਭੈੜੀਆਂ ਆਦਤਾਂ ਇਹ ਮੈਨੂੰ ਅੱਜ ਤੱਕ ਨਹੀਂ ਉਹਦੀ ਗੱਲ ਭੁੱਲਦੀ ਅੱਜ ਤੱਕ ਹੁਣ ਤਾਂ ਮੈਨੂੰ ਉਹਨੂੰ ਵਿਚਾਰੇ ਮਿਲੇ ਨੂੰ ਵੀ ਕਈ ਦਹਾਕੇ ਦੋ ਦਹਾਕੇ ਹੋ ਚੁੱਕੇ ਹੈਗੇ ਆ ਉਸ ਵੇਲੇ ਉਹਨਾਂ ਵੇਲੇ 5-10 ਸਾਲ ਮੇਰਾ ਉਹਨਾਂ ਨਾਲ ਬੜਾ ਕੰਟੈਕਟ ਰਿਹਾ ਜਦੋਂ ਮੈਂ ਆਪਣੀ ਟਰਮ ਵੀ ਖਤਮ ਹੋ ਚੁੱਕਾ ਤਾਂ ਵੀ ਹੁਣ ਕੋਈ ਗੱਲ ਹੋਣੀ ਤੇ ਹੁਣ ਟੈਲੀਫੋਨ ਕਰਨਾ ਜਾਣੀ ਆ ਕੇ ਕਹਿਣਾ ਮੈਂ ਕਹਿਣਾ ਵੀ ਤੁਸੀਂ ਹੁਣ ਗੁਰਦੁਆਰੇ ਹੋਰ ਨੋ ਕਹਿਣਾ ਸਾਨੂੰ ਜਿਹੜੀ ਅਸਲੀ ਗੱਲ ਜਿਹੜੀ ਤੁਸੀਂ ਜਿਸ ਸਮੇਂ ਤੁਸੀਂ ਗੱਲ ਕਰਦੇ ਹੈਗੇ ਕਿਉਂਕਿ ਮੇਰੇ ਕੋਲ ਬੀਬੀ ਜੀ ਗੱਲ ਬੜੀ ਪਤਲੀ ਹੁੰਦੀ ਸੀ ਮੈਂ ਨਾ ਐਗਜ਼ੈਜਰੇਟ ਕਰਦਾ ਹੁੰਦਾ ਸੀਗਾ ਜਿਹੜੀ ਗੱਲ ਰਿਐਲਿਟੀ ਹੋਣੀ ਜੇ ਪੁਲਿਸ ਦੀ ਵੀ ਗੱਲ ਹੋਣੀ ਨਾ ਪੁਲਿਸ ਰੀਜਨ ਕਮੇਟੀ ਦੇ ਉੱਤੇ ਸੀਗੇ ਲਾਅ ਸੈਂਟਰ ਸੀ ਉਹਦੀ ਕਮੇਟੀ ਦੇ ਸੀਗੇ ਉਹਦੇ ਵਿੱਚ ਇੱਥੇ ਫੀਲਡ ਸਟੂਡੈਂਟ ਹੁੰਦਾ ਸੀ ਉਹਦੇ ਨਾਲ ਕਾਫੀ ਆਰਗੂਮੈਂਟ ਸਾਡੀ ਹੋਣੀ ਮੈਂ ਕਹਿੰਦਾ ਤੂੰ ਜਾਣੀ ਹੁਣ ਕਹਿੰਦਾ ਪਤਾ ਨਹੀਂ ਮੈਂ ਚਾਹਾਂ ਵੀ ਤੂੰ ਮੇਰੇ ਹਰ ਵੇਲੇ ਅਗੇਂਸਟ ਮੈਂ ਕਹਿੰਦਾ ਤੂੰ ਆਪ ਆਪਣੇ ਨਾਲ ਝਾਤੀ ਮਾਰ ਮੈਂ ਤੇਰੀ ਰਿਸਪੈਕਟ ਬਹੁਤ ਕਰਦਾ ਕਿਉਂਕਿ ਤੇਰੀ ਪੋਸਟ ਰਿਸਪੈਕਟੇਬਲ ਹੈਗੀ ਆ ਪਰ ਮੈਂ ਜੋ ਮਹਿਸੂਸ ਕਰਦਾ ਵੀ ਮੈਨੂੰ ਇਉਂ ਲੱਗਦਾ ਵੀ ਤੁਸੀਂ ਮੈਨੂੰ ਇਹ ਮਹਿਸੂਸ ਕਰਦੇ ਜਦੋਂ ਇਨਫੋਰਮਰ ਹੁੰਨਾ
I'm not here for, I'm a faithful to my community. ਵੀ ਜਿੱਦਾਂ ਤੁਸੀਂ ਹੈ ਨਾ ਵੀ ਮੇਰੇ ਤੋਂ ਕੋਈ ਕੱਢਣਾ ਚਾਹੀਦਾ, ਮੈਂ ਕਿ ਮੇਰੇ ਤੋਂ ਤੁਸੀਂ ਮੇਰੇ ਵਿੱਚੋਂ ਨਹੀਂ ਕੋਈ ਕੱਢ ਸਕਦੇ। ਮੈਂ ਹਰ ਗੱਲ ਦੇ ਉੱਤੇ ਡਿਫੈਂਡ ਕਰਨਾ ਆਪਣੀ ਕਮਿਊਨਿਟੀ ਨੂੰ, ਹਰ ਗੱਲ ਤੇ ਮੈਂ ਜਾਣੀ ਇਹ ਕਹਿੰਦਾ ਵੀ ਮੈਂ ਕਿ ਵੀ ਮੈਂ ਸਾਡੇ ਨਾਲ ਜੋ ਹੋ ਚੁੱਕਾ ਹੈਗਾ, ਸਾਡੇ ਨਾਲ ਪਾਸਟ ਦੇ ਵਿੱਚ ਸਦੀਆਂ ਤੋਂ ਸਾਡੇ ਨਾਲ ਜੋ ਹੁੰਦਾ ਆਇਆ, ਉਹ ਹਿਸਟਰੀ ਵੀ ਥੋੜ੍ਹੀ ਬਹੁਤੀ ਪੜ੍ਹਦੇ ਹੈਗੇ ਆ। ਹੁਣ ਉਹ ਜਿਹੜੀ ਚੀਜ਼ ਹੈਗੀ ਆ, ਮਤਲਬ ਉਹ ਜੇ ਤੁਸੀਂ ਹਿਸਟਰੀ ਨਹੀਂ ਪੜ੍ਹਦੇ, ਬੜੀ ਮਹਾਨ ਹਿਸਟਰੀ ਆ, ਤੁਹਾਨੂੰ ਕਿਹਾ ਜਾਂਦਾ ਵੀ ਬੇਵਕੂਫ ਬੰਦੇ ਜਿਹੜੇ ਹਿਸਟਰੀ ਨਹੀਂ ਪੜ੍ਹਦੇ। ਜਿਹੜਾ ਪੜ੍ਹ ਕੇ ਉੱਤੇ ਅਮਲ ਨਹੀਂ ਕਰਦਾ ਉਹ ਮਹਾ ਬੇਵਕੂਫ ਆ। ਜਿੰਨੀ ਕੁ ਅਸੀਂ ਪੜ੍ਹਦੇ ਹਾਂ ਕੋਸ਼ਿਸ਼ ਉੱਤੇ ਕਰੀਦੀ ਵੀ ਵੀ ਉਹਨੂੰ ਉਹਦੇ ਅਕੋਰਡਿੰਗਲੀ ਸਾਨੂੰ ਚੱਲਿਆ ਜਾਵੇ। ਸਾਡੇ ਐਲਡੇ ਬਰੇਵਰੀ, ਉਹਨਾਂ ਨੂੰ ਅਵਾਰਡ ਮਿਲੇ, ਬਰੇਵ ਬੰਦੇ ਹੋ ਚੁੱਕੇ ਹੈਗੇ ਆ ਔਰ ਨਿਰਸਵਾਰਥ ਉਹਨੇ ਕੰਮ ਕੀਤੇ ਆ। ਬਿਲਕੁਲ ਨਿਰਸਵਾਰਥ ਕੀਤੇ ਨੇ। ਕੋਈ ਉਹਨਾਂ ਨੂੰ ਇਹ ਨਾ ਸੀ ਵੀ ਸਾਨੂੰ ਕੀ ਮਿਲੂਗਾ ਜੀ, ਰਾਈਟ। ਅੱਛਾ, ਹੁਣ ਜਿਹੜੀ 84 ਤੋਂ ਬਾਅਦ ਜੋ ਇੰਦਰਾ ਗਾਂਧੀ ਦੇ, ਮੈਂ ਕਹਿੰਦਾ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ, ਅਗਰ ਉੱਥੇ ਮਾਰਤਾੜ ਦਿੱਲੀ ਦੇ ਵਿੱਚ, ਕਾਨਪੁਰ ਦੇ ਵਿੱਚ, ਬੁਖਾਰੋ, ਯੂਪੀ ਦੇ ਕਈ ਸ਼ਹਿਰਾਂ ਵਿੱਚ, ਕਈ ਸ਼ਹਿਰਾਂ 'ਚ ਹੋਈ ਆ, ਬੜੇ ਸ਼ਹਿਰਾਂ 'ਚ ਹੋਈ ਆ। ਇਹ ਜਿਹੜੇ 3 ਸ਼ਹਿਰ ਇਹਨਾਂ ਵਿੱਚ ਬੁਖਾਰੋ ਤੇ ਇਹਨਾਂ ਵਿੱਚ, ਇਹਨਾਂ ਤੇ ਬਹੁਤ ਜ਼ਿਆਦਾ ਹੋਈ ਆ ਜੀ। ਮਹਾਰਾਸ਼ਟਰ ਵਿੱਚ ਤਾਂ ਠੀਕ ਹੈ, ਕਾਫੀ ਟਰੱਕਾਂ ਵਾਲੇ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਸੀਗਾ ਜੀ। ਮੈਂ ਇਹ ਕਹਿੰਦਾ ਹੁੰਦਾ ਵੀ ਅਗਰ ਉਸ ਵੇਲੇ ਦਾ ਪ੍ਰਸ਼ਾਸਨ ਇੱਕਦਮ ਹੋਲਡ ਕਰਨ ਦਾ, ਮਿਲਟਰੀ ਸਦਕੇ ਰੋਕ ਦਿੰਦਾ, ਇੰਦਰਾ ਗਾਂਧੀ ਦੀ ਰਿਸਪੈਕਟ ਹੋਰ ਹੋਣੀ ਸੀ। ਬਿਲਕੁਲ ਹੋਣੀ ਸੀ। ਉਹਦੀ ਮੌਤ ਨੂੰ ਸ਼ਾਇਦ ਅੱਜ ਮੈਂ ਕਹਿੰਦਾ ਲੋਕਾਂ ਨੇ ਇੰਨਾ ਅਫਸੋਸ ਮਹਿਸੂਸ ਕਰਨਾ ਸੀ ਵੀ ਵਾਕਿਆ ਹੀ ਜੇ ਉਹਦਾ ਅਸੈਸੀਨੇਸ਼ਨ ਹੋ ਗਿਆ ਵੀ ਇੱਕਦਮ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਲਾਅ ਐਂਡ ਆਰਡਰ ਮੇਨਟੇਨ ਕਰਕੇ ਉਹਨਾਂ ਨੇ ਉੱਥੋਂ ਹਰ ਚੀਜ਼ ਨੂੰ ਹਰ ਨੂੰ ਪ੍ਰੋਟੈਕਸ਼ਨ ਦਿੱਤੀ ਹੈਗੀ ਆ। ਬਟ ਅਫਸੋਸ ਦੀ ਗੱਲ, ਉਹ ਇਨਸਾਨ ਜਿਹੜੇ ਆਪਣੀ ਡਿਊਟੀਆਂ ਤੇ, ਕੋਈ ਪੁਲਿਸ ਸਟੂਡੈਂਟ ਸੀਗਾ, ਕੋਈ ਮਿਨਿਸਟਰ ਸੀਗਾ, ਉਸ ਵੇਲੇ ਕਹਿੰਦੇ ਨਾ ਸਿੱਖ ਜਾਂ ਕਹਿੰਦੇ ਸਿੱਖ ਕਿ ਵੱਖਰੀ ਕੌਮ ਆ, ਉਹ ਕਹਿੰਦੇ ਨਹੀਂ, ਇਹ ਕਹਿੰਦੇ ਨਹੀਂ, ਉਹ ਕਹਿੰਦੇ ਵੀ ਜੇ ਸਿੱਖ ਇੱਕ ਵੱਖਰੀ ਕੌਮ ਦਾ ਜੇ ਲੱਭਣਾ ਹੋਵੇ ਤਾਂ ਦਿੱਲੀ ਦਾ ਇਤਿਹਾਸ ਦੇਖੋ। ਜਦ ਇਹ ਕਿਹਾ ਜਾ ਰਿਹਾ ਸਿੱਖ, ਕੋਈ ਸਿੱਖ ਬਚ ਕਰ ਨਿਕਲਣਾ ਜਾਏ, ਸਿੱਖ ਬਚਣਾ ਨਾ ਪਾਏ, ਜੇ ਫਿਰ ਸਿੱਖ ਵੱਖਰੀ ਕੌਮ ਨਹੀਂ ਸੀ ਤਾਂ ਇਹ ਲਫ਼ਜ਼ ਕਿਉਂ ਕਿਹਾ ਜਾਂਦਾ ਸੀਗਾ? ਸਿੱਖ ਬਚਣੇ ਨਾ ਪਾਏ, ਸਿੱਖਾਂ ਨੂੰ ਟੋਲ ਕੇ ਮਾਰਿਆ ਜਾਂਦਾ ਸੀਗਾ। ਤੇ ਇਹ ਤਾਂ ਸਾਫ਼ ਜ਼ਾਹਰ ਹੈ ਸਿੱਖ ਉਹ ਹਿਸਟਰੀ ਦੱਸ ਰਹੀ ਹੈ, ਸਾਬਤ ਕਰ ਦਿੱਤਾ, ਆਪਣੇ ਮੂੰਹ ਆਪ ਸਾਬਤ ਕਰ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹੈਗੀ ਆ। ਸਿੱਖਾਂ ਦੇ ਘਰਾਂ ਦਾ ਕੀ ਹਾਲ ਕੀਤਾ, ਸਿੱਖਾਂ ਦੇ ਇਹ ਤਾਂ ਬਹੁਤ ਹੀ ਦਰਦਨਾਕ ਮੰਜ਼ਰ, ਜਿਵੇਂ ਫੋਟੋਆਂ ਦੇਖੀ ਦੀਆਂ ਨੇ, ਦੇਖਣੀ ਹੁੰਦੀਆਂ ਨੇ ਕਿ ਕਿਵੇਂ ਟਾਇਰ ਜਿੰਦਿਆਂ ਦੇ ਜੀ ਟਾਇਰਾਂ ਗਲਾਂ ਵਿੱਚ ਟਾਇਰ ਪਾ ਦਿੱਤੇ। ਇੱਥੇ ਵੀ ਲੋਕਾਂ ਦੇ ਵਿੱਚ, ਹਾਂ ਇੱਥੇ ਵੀ ਕੋਈ ਸ਼ੱਕ ਨਹੀਂ, ਜੋ ਕਾਂਗਰੇਸ ਦੇ ਵਿੱਚ ਵੀ ਆਮ ਬੰਦਾ ਦੇ ਹਰ ਕੋਈ ਇਨਸਾਨ ਉਸ ਵੇਲੇ ਹਰ ਇੱਕ ਇਨਸਾਨ ਦੀ ਅੱਖਾਂ 'ਚ ਆਂਸੂ ਚੋ ਰਹੇ ਸੀ ਜਦੋਂ ਇਹ ਦੇਖ ਰਹੇ ਸੀ ਵੀ ਉੱਥੇ ਮਾਰ ਤਾੜੇ ਨੇ, ਸਿੱਖਾਂ ਨੂੰ ਘਰੋਂ ਤੋਂ ਕੱਢ ਕੇ ਟਾਇਰ ਪਾ ਕੇ ਲੁਆ ਜਾ ਰਿਹਾ ਹੈਗਾ। ਔਰ ਇੰਨਾ ਗੁੱਸਾ ਸੀ ਸੱਚੀ ਗੱਲ ਲੋਕਾਂ ਦੇ ਵਿੱਚ ਵੀ ਕੀ ਕਰੀਏ, ਜਾਣੀ ਲੋਕੀ ਇਹ ਮਹਿਸੂਸ ਕਰਦੇ ਵੀ ਨੇੜੇ ਹੋਏ, ਅਸੀਂ ਆਪ ਵੀ ਉੱਥੇ ਭਾਵਾਂ ਜਾ ਕੇ ਸ਼ਹੀਦ ਹੋਈਏ, ਜਾਣੀ ਅਸੀਂ ਆਪਣੇ ਉਹਨਾਂ ਦੀ ਅੰਦਰਾਂ ਰੋਂਦੀਆਂ ਸੀ ਔਰ ਇੰਨਾ ਰੋਂਦੀਆਂ ਸੀਆਂ ਵੀ ਅਸੀਂ ਇਸ ਕੌਮ ਨੇ ਜਿਸ ਨੇ ਇਸ ਧਰਮ ਨੂੰ ਸਦਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਵੀ ਤੁਸੀਂ ਇਸ ਕੌਮ ਦੇ ਤੇ ਇੰਨਾ ਕਹਿਰ ਢਾ ਰਹੇ ਆ, ਜਿਸ ਕੌਮ ਨੇ ਹਮੇਸ਼ਾ ਹੀ ਜ਼ਾਲਮਾਂ ਦਾ ਅੱਜ ਤੱਕ ਹਿਸਟਰੀ ਆ ਇਸ ਕੌਮ ਦੀ ਜੀ, ਜਿਸ ਕੌਮ ਤੇ ਸਾਨੂੰ ਫਖਰ ਆ। ਭਲਿਓ ਮਾਨਸੋ, ਤੁਸੀਂ ਤਾਂ ਸਭ ਕਹੋ ਵੀ ਸਿੱਖ ਕੌਮ ਬਰੇਵ ਕੌਮ ਹੈ, ਤੁਸੀਂ ਕਹਿੰਦੇ ਨਹੀਂ ਜੀ ਹਿੰਦੂਆਂ ਚ ਨਿਕਲੇ, ਸੋ ਬਟ ਅੱਜ ਤਾਂ ਸਿੱਖਿਆ ਨਾ, ਅਸੀਂ ਸਿੱਖਿਆ ਗੁਰੂ ਨਾਨਕ ਦੇ ਮਿਸ਼ਨ ਤੇ ਚੱਲਦੇ ਆ, ਗੁਰੂ ਗੋਬਿੰਦ ਸਿੰਘ ਮਿਸ਼ਨ ਤੇ, ਦਸਵੇਂ ਪਾਤਸ਼ਾਹ ਦੇ ਮਿਸ਼ਨ ਤੇ ਚੱਲ ਰਹੇ ਹੈਗੇ ਆ। ਔਰ ਅੱਜ ਤੱਕ ਜਿਸ ਕਾਬਲ ਕੰਧਾਰ ਨੂੰ, ਅਫਗਾਨਿਸਤਾਨ ਨੂੰ ਕੋਈ ਫਤਿਹ ਨਹੀਂ ਕਰ ਸਕਿਆ, ਉਹ ਸਿੱਖ ਫਤਿਹ ਕਰਕੇ ਨੇ। ਹਰੀ ਸਿੰਘ ਨਲੂਆ ਦੀ ਧਾਂਗ ਅੱਜ ਤੱਕ ਹਰੀਆ ਰੰਗ ਲਗਾ ਕੇ ਉੱਥੇ ਬੱਚਿਆਂ ਨੂੰ ਡਰਾਇਆ ਜਾਂਦਾ ਹੈਗਾ। ਬਿਲਕੁਲ ਸਮਝ ਗਏ ਤੁਸੀਂ ਜੀ। ਅੱਜ ਵੀ ਤਾਲਿਬਾਨ ਇਹ ਕਹਿ ਰਹੇ ਆ, ਅੱਜ ਵੀ ਜਿਹਨੇ ਕੰਟਰੋਲ ਕੀਤਾ, ਉਹ ਕਹਿੰਦੇ ਸਿੱਖ ਪਿੱਛੇ ਹਟ ਜਾਣ। ਇਹ ਬਿਆਨ ਦਿੱਤਾ ਉਹਨਾਂ ਨੇ ਵੀ ਸਿੱਖ ਪਿੱਛੇ ਹਟ ਜਾਣ, ਦਿੱਲੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਨਹੀਂ ਬਿਲਕੁਲ, ਕਿਉਂਕਿ ਸਿੱਖਾਂ ਦਾ ਅੱਜ ਵੀ ਉਹੀ
ਮੌਜੂਦ ਹੋਈ ਡਰ ਜਿਹੜਾ ਉਹਨਾਂ ਦਾ ਸੀਗਾ ਮਤਲਬ ਉਹਨੂੰ ਪਤਾ ਵੀ ਇਹ ਲੜਾਕੂ ਆ, ਲੜਾਕੂ ਨੇ, ਲੜਾਕੂ ਨੇ, ਬਹਾਦਰ ਅੱਛਾ ਨੇ। ਹੁਣ ਮੈਂ ਇਹ ਨਹੀਂ ਕਹਿੰਦਾ ਹੈਗਾ ਇਹਦੇ ਵਿੱਚ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਬਹੁਤ ਸਾਨੂੰ ਸ਼ੇਖ ਨਹੀਂ ਮਾਰ, ਇਹ ਗੁਰੂ ਦੀ ਬਖਸ਼ਿਸ਼ ਆ, ਗੁਰੂ ਦੀ ਗੁਰਤੀ ਆ ਸਾਨੂੰ ਜੀ। ਅੱਛਾ ਫਿਰ ਰਹੀ ਗੱਲ ਇਹ, ਜਦੋਂ ਸਾਨੂੰ ਇਸ ਵੇਲੇ ਸਾਡੀ ਹਾਲਾਤ ਜਿਹੜੇ ਹੋ ਰਹੇ ਆ ਅੱਜ ਹੁਣ ਤੁਹਾਡੇ ਸਾਹਮਣੇ, ਹੁਣ ਤੁਸੀਂ ਰੀਸੈਂਟ ਹੋਰ ਵੀ ਸੁਣ ਲਿਆ ਹੋਣਾ, ਜਿਹੜਾ BSF ਨੂੰ 50 ਕਿਲੋਮੀਟਰ ਤੱਕ ਅਧਿਕਾਰ ਦੇ ਦਿੱਤੇ ਹੈ ਗਵਰਨਮੈਂਟ ਨੇ ਜੀ, ਵੀ ਤੁਸੀਂ ਜਿੱਥੇ ਮਰਜ਼ੀ ਫੜ ਕੇ ਤਲਾਸ਼ੀ ਲੈ ਸਕਦੇ ਆ। ਅੱਗੇ ਤਾਂ BSF ਬਾਰਡਰ ਤੇ ਸੀ ਨਾ, 2-4 ਮੀਲ ਦਾ ਸੀਗਾ ਨਾ, ਹੁਣ ਅੰਮ੍ਰਿਤਸਰ ਸਾਹਿਬ ਤੋਂ ਰਈਆ ਤੱਕ 31 ਮੀਲ ਆ, ਰਈਏ ਤੱਕ ਉਹ ਆ ਕੇ ਜਾਣੀ ਜਿਹਨੂੰ ਮਰਜ਼ੀ ਉਹ ਫੜ ਸਕਦੇ ਨੇ, ਔਰ ਫਿਰੋਜ਼ਪੁਰ ਜ਼ਿਲ੍ਹਾ ਉੱਚ ਆ ਗਿਆ, ਜਿੰਨੀ ਬਾਰਡਰ ਸਿਕਿਉਰਿਟੀ ਫੋਰਸ ਹੈਗੀ ਨਾ ਜੀ, ਪੁਲਿਸ ਦੇ ਹੱਕ ਖੋਲ੍ਹੇ ਗਏ ਹੈਗੇ ਆ। ਇਹ ਪੰਜਾਬ ਦੀ ਪੁਲਿਸ ਦਾ ਹੱਕ ਹੈ ਨਾ ਉੱਥੇ, ਹਾਂਜੀ, ਸਿਕਿਉਰਿਟੀ ਬਾਰਡਰ ਫੋਰਸ। ਸੋ ਮੇਰਾ ਮਤਲਬ ਕਹਿਣ ਦਾ ਉਹ ਡਿਟਰਮਿੰਡ ਆ ਵੀ ਸਿੱਖਾਂ ਨੂੰ, ਅਸੀਂ ਪੰਜਾਬ ਨੂੰ, ਅੱਧਾ ਪੰਜਾਬ ਜਿਹੜੇ ਸੈਂਟਰ ਨੇ ਆਪਣੇ ਕੰਟਰੋਲ ਕਰ ਲਿਆ ਹੈਗਾ, ਵੀ ਅਸੀਂ ਪੰਜਾਬ ਨੂੰ ਖਤਮ ਕਿੱਦਾਂ ਕਰਨਾ, ਸਿੱਖਾਂ ਨੂੰ ਖਤਮ ਕਿੱਦਾਂ ਕਰਨਾ, ਸਿੱਖਾਂ ਦਾ ਨਾਮੋ ਨਿਸ਼ਾਨ ਅਸੀਂ ਕਿੱਦਾਂ ਮਿਟਾਉਣਾ ਹੈਗਾ। ਹੁਣ ਜਾਗਣਾ ਤਾਂ ਫਿਰ ਵਾਪਸ ਇੱਥੇ ਸਿੱਖਾਂ ਨੂੰ ਹੀ ਪੈਣਾ ਹੈ। ਹੁਣ ਕੱਲ ਨੂੰ ਡੈਮੋਸਟ੍ਰੇਸ਼ਨ ਲੰਡਨ ਫੇ ਹੋ ਰਿਹਾ ਹੈਗਾ, ਕੱਲ ਨੂੰ ਜਾ ਰਹੇ ਹੈਗੇ ਜੀ। ਹੁਣ ਉੱਥੇ ਮੈਨੂੰ ਅਮਿਤਾਭ ਗਾਂਧੀ ਕਾਫੀ ਤਕੜੀ ਹੋਊਗੀ ਜੀ। ਹੁਣ ਜਿਹੜੀ ਦੇਖੋ, ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਤੇ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਤੋਂ ਬਾਅਦ ਅਗਰ ਉੱਥੇ ਇੱਕ ਦਮ ਰੋਕ ਦਿੱਤਾ ਜਾਂਦਾ, ਇੰਦਰਾ ਗਾਂਧੀ ਦੀ ਜਿਹੜੀ ਅਸੈਸੀਨੇਸ਼ਨ ਨੂੰ ਹਰ ਕਿਨੇ ਰੋਣਾ ਸੀਗਾ ਜੀ, ਬਿਲਕੁਲ ਅੱਜ ਤੱਕ ਯਾਦ ਕਰਦੇ ਹਰ ਕਿਨੇ ਰੋਣਾ ਸੀਗਾ ਪਹਿਲਾਂ ਵੀ ਉਹ ਜਾਣੀ ਉਹਦੇ ਤੇ ਠੀਕ ਹੈ ਵੀ ਉਹਦੇ ਕੋਲ ਜਿਹੜੀ ਗਲਤ ਗੱਲ ਕਰਾਈ ਵੀ ਸਾਡੇ ਆਪਣਿਆਂ ਨੇ ਸੀ, ਉਹ ਵੀ 84 ਦਾ ਜਿਹੜਾ ਜੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ। ਔਰ ਅੱਜ ਜੇ ਮੋਦੀ ਨੂੰ ਵੀ ਕੋਈ ਅਕਲ ਦੇਣ ਵਾਲਾ ਹੋਵੇ ਕਿ ਤੂੰ ਇਸ ਕੌਮ ਨਾਲ ਵਿਗਾੜ ਨਾ ਪਾ, ਇਸ ਕੌਮ ਦੇ ਸਿਰ ਤੇ ਤੈਨੂੰ ਕੋਈ ਹਟਾਉਣ ਵਾਲਾ, ਤੂੰ ਸਦਾ ਰਾਜ ਕਰ ਸਕਦਾ ਹੈਗਾ। ਲੇਕਿਨ ਅਫਸੋਸ ਦੀ ਗੱਲ ਹੈਗੀ ਆ ਇਹ ਵੀ ਹੁਣ ਉਹਨੇ ਮੱਥਾ ਲਾਇਆ, ਹੁਣ 31 ਨੂੰ ਆ ਰਿਹਾ, ਇੱਥੇ ਮੋਦੀ ਆ ਰਿਹਾ, ਠੀਕ ਹੈ, 31 ਨੂੰ ਫਿਰ ਕੋਚਾਂ ਜਾਣੀਆਂ। ਮੇਰੇ ਵੱਲ ਕਹਿਣ ਤੋਂ ਇਹ ਆ ਵੀ ਇਹ ਜੋ ਕੁਛ ਹੈਗਾ ਵੀ ਹੁਣ ਅਸੀਂ ਜਿਹੜੀ ਨਾ ਤਾਂ ਆਪਣੀ ਹਿਸਟਰੀ ਭੁਲਾਉਣੀ ਆ, ਨਾ ਅਸੀਂ ਆਪਣਾ ਜੋ ਸਾਡਾ ਗੁਰੂ ਦਾ ਮਿਸ਼ਨ ਆ, ਅਸੀਂ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ। ਬਿਲਕੁਲ, ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਸਨ ਉਹੀ ਇੱਕ ਕਿ ਜੋ ਹਿੰਦੂ ਧਰਮ ਜਦੋਂ ਐਨ ਮੁਸ਼ਕਲ ਵਿੱਚ ਸੀ, ਪੰਡਿਤ ਆਏ, ਉਹਨਾਂ ਦੀ ਬਾਹ ਫੜੀ, ਉਹਨਾਂ ਦਾ ਧਰਮ ਉਜਾਗਰ ਕੀਤਾ, ਤੇ ਉਹੀ ਧਰਮ ਦੇ ਲੋਕ ਤੁਸੀਂ ਦੇਖੋ ਨਾ ਗੁਰੂ ਦਾ ਮਿਸ਼ਨ ਕੀ ਕਹਿ ਰਿਹਾ, ਗੁਰੂ ਸਾਹਿਬ ਕੀ ਕਹਿ ਰਹੇ ਆ ਜੀ, ਵੀ ਮੈਂ ਜੰਜੂ ਨਹੀਂ ਪਾਉਣਾ ਹੈਗਾ ਜੀ, ਮੈਨੂੰ ਉਹ ਜੰਜੂ ਦਿਓ ਜਿਹੜਾ ਨਾ ਕਦੇ ਟੁੱਟੇ ਜਾਣੇ ਮੈਲ ਨਾ ਲੱਗੇ, ਜਾਂ ਜਿਹੜਾ ਕੁਝ ਜਲੇ ਨਾ ਅੱਗ ਚ ਨਾ ਜਲੇ, ਸੁਣਾ ਹੋਵੇ, ਉਹ ਜੰਜੂ ਦਿਓ ਮੈਨੂੰ ਜੀ। ਲੇਕਿਨ ਉਸੇ ਜੰਜੂ ਦੀ ਆਪਣਾ ਸੀਸ ਦੇ ਕੇ ਰੱਖਿਆ ਕਰ ਦਿੱਤੀ। ਬਿਲਕੁਲ ਰਾਈਟ। ਹੁਣ ਇੱਥੇ ਲੋਕ ਕਹਿੰਦੇ ਆ ਵੀ ਕਈ ਜਿਹੜੇ ਬੰਦਾ ਗਿਆਨਤਾ ਉਹ ਕਹਿੰਦੇ ਇਦਾਂ ਕਿਉਂ ਕਰਦੇ, ਕਿ ਗੁਰੂ ਸਾਹਿਬ ਨੇ ਕਿਉਂ ਕੀਤਾ। ਉਹ ਭਲਿਓ ਮਾਨਸੋ, ਗੁਰੂ ਸਾਹਿਬ ਦੀ ਤਾਂ ਲੜਾਈ ਇਹ ਸੀ ਵੀ ਨਾ ਜ਼ੁਲਮ ਸਹਿਣਾ ਤੇ ਨਾ ਜ਼ੁਲਮ ਕਰਨਾ। ਬਿਲਕੁਲ, ਜਿਹੜਾ ਜੇ ਮੈਨੂੰ ਕੋਈ ਕੁਛ ਕਰਨ ਦਾ ਹੱਕ ਹੈਗਾ ਤੇ ਦੂਸਰੇ ਮੈਨੂੰ ਉਹਦਾ ਹੱਕ ਹੈ, ਉਹਦਾ ਰਾਈਟ ਹੈਗੀ ਆ, ਰਾਈਟ। ਸੋ ਇਸ ਲਈ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਮਿਸ਼ਨ ਹੈ ਉਹਦੇ ਅਕੋਰਡਿੰਗਲੀ ਅਸੀਂ ਉਸ ਵੇਲੇ ਦੇ ਜਿਹੜੇ ਸੂਰਮੇ ਬਹਾਦਰ ਉਹਨਾਂ ਦੇ ਨਾਲ ਜੀ ਇੱਕ ਤੱਤੀ ਤਵੀ ਤੇ ਬੈਠ ਕੇ ਪੰਜ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੇ ਸਾਨੂੰ ਨਿਸ਼ਾਨਾ ਦਿੱਤਾ, ਮਿਸ਼ਨ ਦਿੱਤਾ, ਔਰ ਉਸ ਸ਼ਹੀਦਾਂ ਦੇ ਸਰਤਾਜ ਕਹਾਏ ਆ, ਉਸੇ ਮਿਸ਼ਨ ਨੂੰ ਫੋਲੋ ਕਰਦੇ ਸਾਰੇ ਗੁਰੂ ਸਾਹਿਬ ਸਾਡੇ ਚਲ ਗਏ ਹੈਗੇ ਆ ਜੀ। ਅੱਜ ਸਾਡੀ ਬਾਣੀ ਨੂੰ ਬਦਲ ਰਹੇ ਆ, ਅੱਜ ਸਾਡੀ ਬਾਣੀ ਵਿੱਚ ਰਲਾ ਕਰ ਰਹੇ ਆ ਜੀ, ਔਰ ਹਰ ਕੋਸ਼ਿਸ਼ ਹੋ ਰਹੀ ਆ। ਲੇਕਿਨ ਅੱਜ ਅਸੀਂ ਇਹ ਹੁਣ ਇੱਥੇ ਵੀ ਕਈ ਵਾਰ ਮੈਂ ਗੱਲ ਕਰਦਾ, ਮੈਂ ਕਹਿੰਦਾ ਹੁੰਦਾ ਵੀ ਜਿੰਨੀਆਂ ਸਾਡੀਆਂ ਇੱਥੇ ਪੁਰਾਣੀਆਂ ਬੀੜਾਂ ਉਹਨੂੰ ਸਾਂਭ ਕੇ ਰੱਖੋ ਜੀ, ਸਾਨੂੰ ਲੋੜ ਪੈਣੀ ਹੈਗੀ ਆ। ਅੱਛਾ, ਇੱਥੇ ਮੈਂ ਅੱਜ ਇੱਕ ਗੱਲ ਇਹ ਵੀ ਕਹਿ ਨਹੀਂ ਚਾਹੁੰਦਾ ਹੈਗਾ, ਮੈਂ ਆਮ ਕਰ ਦਿੰਦਾ, ਮੇਰੇ ਦਿਮਾਗ ਦੇ ਵਿੱਚੋਂ ਗੱਲ ਨਿਕਲਦੀ ਨਹੀਂ ਹੈ ਕਦੇ ਜੀ। ਕਈ ਵਾਰ ਸਾਡੀਆਂ ਆਪਣੀਆਂ ਮਿਸਟੇਕਸ ਜਿਹੜੀਆਂ ਸਾਨੂੰ ਉਹ ਸਾਨੂੰ ਉਹਦਾ ਅਨੁਖਮਿਆਜਾ ਭੁਗਤਣਾ ਪੈਂਦਾ ਹੈਗਾ। ਬਿਲਕੁਲ, ਹੋ ਸਕਦਾ ਇਹ ਦੇਖਣ ਤੋਂ ਬਾਅਦ ਮੇਰੇ ਤੇ ਕੁਐਸਚਨ ਕਈ ਆਉਣ, ਬਟ ਮੈਂ ਉਹਦੇ ਆਨਸਰ ਵੀ ਦਊਂਗਾ ਆਪਣੀ ਬੁੱਧੀ ਅਨੁਸਾਰ। ਮੈਂ ਇਹ ਕਹਿੰਦਾ ਹੁੰਦਾ ਵੀ ਅਸੀਂ ਗੁਰੂ ਨਾਲੋਂ ਸਿਆਣੇ ਬਣ ਗਏ, ਅਸੀਂ ਗੁਰੂ ਦੀ ਕੀਤੀ ਰਹਿ ਨਹੀਂ ਦਿੱਤੀ।
ਮੈਂ 8ਵੀਂ ਪੜ੍ਹਦਾ 1955 ਦੇ ਵਿੱਚ 53 ਤੋਂ ਲੱਗ ਕੇ 55 ਦੇ ਵਿੱਚ ਜੀ ਪਦਛੇਦ ਹੋਈ ਹੈ ਬੀੜਾਂ ਦੀ। ਹੂੰ ਆ ਜਿਹੜੀ ਸਾਡੀ ਬੀੜਾਂ ਕੱਲੇ ਕੱਲੇ ਅੱਖਰ ਕੱਲ ਹੋਏ ਕੱਲ ਹਾਂਜੀ ਹਾਂਜੀ ਪਹਿਲੇ ਲੜੀਵਾਰ ਸੰਸਾਰ ਲੜੀਵਾਰ ਸੀ। 5 ਤੋਂ 6-7 ਸਾਲ ਲੱਗਦੇ ਹੁੰਦੇ ਜਦ ਪਾਠੀ ਗੁੜ ਪਾਠੀ ਬਣਨਾ ਹੁੰਦਾ ਸੀਗਾ। ਅੱਜ ਮੇਰੇ ਘਰ 2 ਜਮਾਤ ਪੜਿਆ ਕਹਿੰਦਾ ਮੈਂ ਜੀ ਪਾਠੀ ਹੁੰਦਾ। ਪਾਠ ਫੇਰ ਸ਼ੁੱਧ ਨਹੀਂ ਹੁੰਦਾ। ਨਹੀਂ ਹੁੰਦਾ। ਮੈਂ ਉਸ ਲੜੀਵਾਰ ਬੀੜ ਤੋਂ ਸਾਡੇ ਪਿੰਡ ਦਾ ਗ੍ਰੰਥੀ ਸਾਡੇ ਪਰਿਵਾਰ ਨਾਲ ਬੜਾ ਪਿਆਰ ਹੁੰਦਾ ਸੀ। ਗੁਰਦੁਆਰਾ ਸਾਡੇ ਸਾਹਮਣੇ ਤੇ ਮੈਂ ਮੱਥਾ ਟੇਕਣਾ ਤੇ ਕਈ ਵਾਰ ਮੈਂ ਉੱਥੇ ਪਾਠ ਕਰਨ ਲੱਗ ਪੈਣਾ ਤੇ ਉਹਨੂੰ ਬੈਠੇ ਨੂੰ ਕਹਿਣਾ ਬੱਚੂ ਇਦਾਂ ਨਹੀਂ ਇਹ ਆ ਅੱਖਰ ਨਖੇੜਨੇ ਪੈਂਦੇ ਸੀ ਆਪ ਜੀ ਉੱਥੇ ਪਤਾ ਲੱਗਦਾ ਸੀਗਾ ਵੀ ਇਹ ਕੀ ਆ। ਜੇ ਸਾਨੂੰ ਇਹ ਅੱਖਰ ਜਿਹੜੇ ਕੱਲੇ ਕੱਲੇ ਹੋਏ ਆ ਹਾਂਜੀ ਜੇ ਇਹੀ ਕਰਨੇ ਹੁੰਦੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਜਦ ਦਮਨ ਸਾਹਿਬ ਬੀੜ ਲਿਖਾਈ ਆ ਜੀ ਤਾਂ ਤੀਰਵੇਂ ਤੋਂ ਬੀੜ ਮੰਗੀ ਉਹ ਕਿ ਨਹੀਂ ਤੂੰ ਗੁਰੂ ਦਾ ਆਪਣੀ ਬੀੜ ਲਿਖਾ ਲਾ ਆਪ ਜੀ ਤੂੰ ਗੁਰੂ ਆ। ਉਸ ਵੇਲੇ ਉਹਨਾਂ ਨੇ ਫਿਰ ਠੀਕ ਆ ਬਈ ਸਿੱਖਾਂ ਨੂੰ ਬੜੇ ਪਿਆਰ ਨਾਲ ਭੇਜਿਆ ਸੀ ਵੀ ਜਾ ਕੇ ਜੀ ਇਹਦੇ ਤਾਂ ਕਿ ਅਸੀਂ ਹੋਰ ਕਤਾਰੇ ਕਰ ਲਈਏ। ਜੀ ਲੇਕਿਨ ਉਹਨਾਂ ਨੇ ਜਿਹੜਾ ਮਿਹਣਾ ਮਾਰਿਆ ਤੇ ਗੁਰੂ ਸਾਹਿਬ ਨੇ ਫੇਕਿਆ ਵੀ ਭਾਈ ਬਾਬਾ ਦੀਪ ਸਿੰਘ ਕਲਮਾ ਤੇ ਸਾਹਿਤ ਤਿਆਰ ਕਰਨ ਲੱਗ ਪਏ ਭਾਈ ਮਨੀ ਸਿੰਘ ਜੀ ਲਿਖਣ ਲੱਗ ਪਏ। ਗੁਰੂ ਸਾਹਿਬ ਨੇ ਹੂਬਹੂ ਉਹੀ ਕੁਝ ਬੋਲਿਆ ਜੋ ਇੱਕ ਓਂਕਾਰ ਸਤਨਾਮ ਕਰਤਾ ਸ਼ੁਰੂ ਹੋ ਕੇ ਜਿੰਨੇ ਅੱਖਰ ਇੱਕ ਪੇਜ ਤੇ ਬੜਿਆਂ ਵਡਾਰੂਆਂ ਨੇ ਲਿਖੇ ਹੋਏ ਸੀਗੇ ਹਾਂਜੀ ਗੁਰੂ ਉਹਨੇ ਹੀ ਅੱਖਰ ਉਹਨੇ ਪੇਜ ਤੇ ਉਹਨੇ ਹੀ ਪੇਜ ਬਣਾ ਕੇ ਉਹੀ ਕੁਝ ਨਹੀਂ ਲਿਖਾਇਆ ਕੋਈ ਵਾਧੂ ਨਹੀਂ। ਅਨੰਦਪੁਰ ਸਾਹਿਬ ਦੇ ਵਿੱਚ ਸਿਰਫ ਇੱਕ ਪਹਿਲਾਂ ਜਿਹੜੀ ਮਹਾਰਾਜ ਦੀ 9ਵੇਂ ਪਾਤਸ਼ਾਹ ਸ਼ਲੋਕ ਸੀ ਉਹ ਫਿਰ ਐਡ ਹੋਰ ਕੀਤੇ ਵਿੱਚ ਉਹਦੇ। ਜੀ ਔਰ ਹੁਣ ਤੁਸੀਂ ਮੈਨੂੰ ਇਹ ਦੱਸੋ ਜੇ ਇਹ ਕੱਲੇ ਕੱਲੇ ਕਰਨੇ ਹੁੰਦੇ ਤਾਂ ਮਹਾਰਾਜ ਗੁਰੂ ਆਪ ਨਹੀਂ ਕਰ ਸਕਦੇ ਸਨ। ਬਿਲਕੁਲ ਕਰ ਸਕਦੇ ਸਨ ਆਪੇ। ਮੈਂ ਕਈ ਵਾਰ ਅੱਜ ਇੱਥੇ ਬਹੁਤ ਵਾਰ ਗੱਲ ਕਰਦਾ ਮੈਂ ਕਈ ਵਾਰ ਮੈਂ ਬੋਲਦਾ ਵੀ ਇਹ ਕਹਿੰਦਾ ਹੁੰਦਾ ਮੈਂ ਕਹਿੰਦਾ ਹੁੰਦਾ ਵੀ ਝਾਤੀ ਮਾਰ ਕੇ ਦੇਖੋ 55 ਤੋਂ ਪਹਿਲਾਂ ਪਿੰਡਾਂ ਦੇ ਵਿੱਚ ਲੋਕਾਂ ਦਾ ਭਾਈਚਾਰਾ ਕਿੰਨਾ ਪਿਆਰ ਰਹਿੰਦਾ ਸੀਗਾ। ਹਾਂਜੀ ਆਪ ਸਾਡੇ ਸਿੱਖਾਂ ਦੀ ਹਾਲਤ ਜਿਹੜੀ ਸੀ ਬਹੁਤ ਬਿਹਤਰ ਸੀ। ਲੋਕਾਂ ਦੇ ਪਿਆਰ ਸੀ ਮਾੜੇ ਵੀ ਕਿਤੇ ਗੱਲ ਇੱਕਦਮ ਇਕੱਠੇ ਹੁੰਦੇ ਸੀ। ਬਿਲਕੁਲ ਆਦਰ ਮਾਨ ਸਨਮਾਨ ਸਤਿਕਾਰ ਇੱਕ ਦੂਜੇ ਪਰ ਅੱਜ ਬੀਬੀ ਜੀ ਅਸੀਂ ਖਖੜੀਆਂ ਕਰੇਲੇ ਹੋ ਗਏ ਆ ਕਾਹਤੇ ਜਿੱਥੋਂ ਸਾਨੂੰ ਤਾਕਤ ਮਿਲਦੀ ਸੀ ਅਸੀਂ ਉਹ ਤਾਕਤ ਖੇਰੂ ਕਰਦੀ ਉਹ ਖੇਰੂ ਕਰਦੀ ਆ। ਸੋ ਇਸ ਕਰਕੇ ਸਾਡੇ ਵੱਲ ਕਿਸੇ ਨੂੰ ਦੇਖਣ ਦਾ ਹਿੰਮਤ ਨਹੀਂ ਪੈ ਸਕਦੀ ਸੀ ਤੇ ਅਸੀਂ ਮੇਰਾ ਆਪਣਾ ਯਕੀਨ ਹੈ ਕਿ ਮੈਂ ਉਦੋਂ ਇਸ ਦੁਨੀਆ ਤੇ ਨਹੀਂ ਹੋਣਾ। ਮੈਨੂੰ ਇਹ ਪਤਾ ਵੀ ਇੱਕ ਦਿਨ ਸਾਡੀਆਂ ਉਹੀ ਬੀੜਾਂ ਮੁੜ ਕੇ ਆਉਣਗੀਆਂ ਤੇ ਗੁਰੂ ਦੀ ਕਲਾ ਵਰਤੂਗੀ ਤੇ ਪੰਥ ਦੀ ਵੀ ਚੜ੍ਹਦੀ ਕਲਾ ਹੋਊਗੀ। ਔਰ ਅੱਜ ਵੀ ਅਸੀਂ ਗੱਲ ਕੋਈ ਨਹੀਂ ਪੜਦੀ ਚੜ੍ਹਦੀ ਕਲਾ ਹੈਗੀ ਆ ਬਟ ਅੱਜ ਅਸੀਂ ਖਾਲਸਾ ਖਿਲਰਿਆ ਹੋਇਆ ਅੱਜ 7 ਪੂਰਬੀਏ ਤੇ 9 ਚੁੱਲ੍ਹੇ ਵਾਲੀ ਗੱਲ ਸਾਡੀ ਹੈਗੀ ਆ ਜੀ ਸਮਝੀ ਗੱਲ ਤੁਸੀਂ। ਸੋ ਇਹ ਮੇਰੀਆਂ ਗੱਲਾਂ ਚਾਹੇ ਕਿਹਨੂੰ ਕੋਣੀਆਂ ਲੱਗਣ ਕੁਝ ਵੀ ਆ 7 ਪੂਰਬੀਏ 9 ਚੁੱਲ੍ਹੇ ਸਾਡੇ ਹੋਏ ਹੋ ਆ। ਜੇ ਮੈਂ ਕੋਈ ਚੀਜ਼ ਕਹਿੰਦਾ ਵੀ ਆਪਾਂ ਆਹ ਗੱਲ ਕਰਨੀ ਆ ਤੇ ਜੀ ਇਹ ਹੁਣ ਸ਼ੁਰੂ ਕੀਤੀ ਆ ਅਸੀਂ ਇਹਨੂੰ ਸਾਥ ਨਹੀਂ ਦੇਣਾ। ਮੇਰੀ ਜ਼ਿੰਦਗੀ ਦਾ ਅਸੂਲ ਹੈਗਾ ਵੀ ਮੇਰੀ ਵੱਲੋਂ ਕੋਈ ਵੀ ਬੰਦਾ ਅੱਜ ਤੱਕ ਮੈਂ ਨਹੀਂ ਇਸ ਨੂੰ ਲੈਂਦਾ ਸ਼੍ਰੋਮਣੀ ਅਕਾਲੀ ਯੂਕੇ ਦੇ ਅਸੀਂ ਮੁਖਤਸਰ ਸੇਵਾਦਾਰ ਮੈਂ ਮੇਰੀ ਵੱਲੋਂ ਕੋਈ ਬੰਦਾ ਕਾਲ ਦੇ ਦੇਵੇ ਵੀ ਆਹ ਡੈਮੋਨਸਟ੍ਰੇਸ਼ਨ ਹੋਣਾ ਹੈਗਾ ਉਹ ਚਾਹੇ ਮੇਰੇ ਨਾਲ ਬੋਲਦਾ ਚਾਹੇ ਮੇਰੇ ਖਿਲਾਫ ਹੈ ਮੇਰੀ ਉਹਦੀ ਸੰਸਥਾ ਖਿਲਾਫ ਹੈਗੀ ਆ ਪਰ ਮੈਂ ਇਹ ਦੇਖਣਾ ਵੀ ਕਾਜ਼ ਰਾਈਟ ਆ। ਜੇ ਕਾਜ਼ ਰਾਈਟ ਹੈ ਤਾਂ ਮੈਂ ਉਹਦੇ ਉੱਤੇ ਜਾ ਖੜਨਾ ਮੈਂ ਨਹੀਂ ਦੇਖਣਾ ਵੀ ਕੋਲ ਕੀਤਾ ਇਹ ਨਹੀਂ ਕਹਿਣਾ ਵੀ ਪੁੱਛਿਆ ਨਹੀਂ ਵੀ ਰਾਈਟ ਕਾਜ਼ ਹੈ ਸ਼ਾਬਾਸ਼ ਹੁਣ ਪਹਿਲ ਕੀਤੀ ਕਦਮ ਤਾਂ ਉਠਾਇਆ ਉਹਨਾਂ ਨੇ। ਸੋ ਇਸ ਕਰਕੇ ਬੀਬੀ ਜੀ ਜਾਣੀ 84 ਦੇ ਜ਼ਖਮ ਜਿਹੜੇ ਆ ਅੱਜ ਤੱਕ ਇੱਥੇ ਦੀ ਜਨਤਾ ਨੂੰ ਇੱਥੇ ਖਾਲਸਿਆਂ ਨੂੰ ਇੱਥੇ ਦੀ ਕੌਮ ਨੂੰ ਇਹ ਨਹੀਂ ਮੈਂ ਕਹਿੰਦਾ ਵੀ ਸਿੱਖਾਂ ਵੀ ਸੀ ਬਹੁਤ ਜਿਹੜੇ ਹਿੰਦੂ ਵੀ ਸੀ ਦੂਜੇ ਉਹਨਾਂ ਨੇ ਵੀ ਬਹੁਤ ਅਫਸੋਸ ਜ਼ਾਹਰ ਕੀਤਾ ਸੀਗਾ ਬਹੁਤ ਦੁੱਖ ਪ੍ਰਗਟ ਕੀਤਾ ਸੀਗਾ। ਸਾਡਾ ਉਸ ਵੇਲੇ ਦਾ ਟਰਸਟੀ ਪੰਡਿਤ ਦੁਰਗਾ ਦੱਤ ਸ਼ੁਕਲਾ ਸੀ ਇੱਥੇ ਓਰੀਜਨਲ ਟਰਸਟੀ ਇੱਥੇ ਦਾ ਸੀਗਾ। ਕੀ ਨਾਮ ਉਹਦਾ ਦੁਰਗਾ ਦੱਤ ਸ਼ੁਕਲਾ ਸ਼ੁਕਲੇ ਉਹਦੇ ਭਤੀਜੇ ਸ਼ੌਪ ਹੈ ਇੱਥੇ ਦੁਰਗਾ ਦੱਤ ਸ਼ੁਕਲਾ ਇੰਨਾ ਮਿੱਠ ਬੋਲਣਾ ਸੀਗਾ ਇੰਨਾ ਨਾਈਸ ਪਰਸਨ ਸੀਗਾ ਜੀ। ਉਹਦੇ ਘਰੋਂ ਮੈਂ ਅੱਗੇ ਵੀ ਪਹਿਲੀ ਗੱਲ ਕਿਹਾ ਸੀ ਉਹਦੇ ਘਰੋਂ ਜਿਹੜੀ ਸੀ ਲੰਗਰ ਹਾਲ ਦੇ ਵਿੱਚ ਉਹ ਇੰਨੀ ਸੇਵਾ ਕਰਦੀ ਹੁੰਦੀ ਸੀ ਵੀ ਤੁਸੀਂ ਗੱਲ ਛੱਡ ਦਿਓ ਜੀ। ਉਸ ਸ਼ਖਸ ਨੇ ਕਹਿਣਾ ਵੀ ਤੁਸੀਂ ਬੜੇ ਹੋ ਸਕੇ ਮੈਂ ਵੀ ਸਿੱਖਿਆ ਹੀ ਆ ਕਹਿਣਾ ਮੈਂ ਕਿਹੜੀ ਗੱਲ ਨੂੰ ਕਰਦਾ ਮੈਂ ਉਸ ਮੈਨੂੰ ਜੋ ਮਿਲਿਆ ਇਸ ਗੁਰੂ ਤੋਂ ਮਿਲਿਆ ਇਸ ਗੁਰੂ ਤੋਂ ਮੈਨੂੰ ਤਾਕਤ ਮਿਲਦੀ ਆ ਜਿਹੜਾ ਮੈਂ ਤੁਹਾਡੀਆਂ ਗੱਲਾਂ ਦਾ ਹਰ ਗੱਲ ਦਾ ਜਵਾਬ ਦਿੰਦਾ ਜੀ। ਔਰ ਇੱਥੇ ਹਰ ਇੱਕ ਨੂੰ ਦੁੱਖ ਹੋਇਆ ਵੀ ਦਰਬਾਰ ਸਾਹਿਬ ਤੇ ਕਿਉਂ ਇਹ ਗੱਲ ਹੋਈ ਆ। ਹਾਂ ਜਿਸ ਵੇਲੇ ਇਹ ਇੰਦਰਾ ਗਾਂਧੀ ਦੀ ਖਬਰ ਮਿਲੀ ਆ ਉਸ ਵੇਲੇ ਦਿੱਲੀ ਦੇ ਵਿੱਚ ਜਿਹੜਾ ਘੱਲੂਘਾਰਾ ਵਾਪਰਿਆ ਜੀ
ਇੰਦਰਾ ਗਾਂਧੀ ਅਸੈਸੀਨੇਸ਼ਨ ਤੋਂ ਬਾਅਦ। ਉਸ ਸਮੇਂ ਇਸ ਗੁਰੂ ਘਰ ਦੇ ਵਿੱਚ ਇੱਥੇ ਇਹ ਨਾ ਸੀਗਾ ਪਹਿਲਾਂ ਵੀ ਇਕੱਲੇ ਦਰਬਾਰ ਸਾਹਿਬ ਦਾ ਅਟੈਕ ਜਿਹੜਾ ਸੀ ਵੀ ਇਕੱਲੇ ਸਿੱਖਾਂ ਨੂੰ ਸੀਗਾ। ਜੀ ਆਮ ਲੋਕ ਜਿਹੜੇ ਸੀਗੇ ਇੱਥੇ ਦੂਸਰੇ ਨੇਸ਼ਨ ਦੇ ਵੀ ਸੀ, ਹਿੰਦੂ ਵੀ ਸੀਗੇ ਜਾਂ ਜਿਹੜੇ ਵੀ ਸੀਗੇ, ਜੀ ਹਰ ਇੱਕ ਨੇ ਦੁੱਖ ਮਹਿਸੂਸ ਕੀਤਾ ਸੀਗਾ। ਈਵਨ ਜਿਹੜੇ ਕਮਿਊਨਿਸਟ ਖਿਆਲਾਂ ਦੇ ਬੰਦੇ ਵੀ ਸੀਗੇ ਜਿਹੜੇ ਕਹਿੰਦੇ ਸੀ ਰੱਬ ਨੂੰ ਨਹੀਂ ਮੰਨਣਾ। ਜੀ ਮੈਨੂੰ ਯਾਦ ਹੈ ਮੈਂ ਆਪਣੀ ਘਰ ਦੇ ਮੂਹਰੇ ਇੱਦਾਂ ਬਾਹਰ ਨਿਕਲਿਆ ਤਾਂ ਕੁਦਰਤੀ ਉਹ ਬੰਦਾ ਕਾਫੀ ਇੱਥੇ ਪਾਪੂਲਰ ਬੰਦਾ ਹੈਗਾ, ਬਹੁਤ ਕੰਮ ਉਹਦਾ ਲੋਕਾਂ ਦੇ ਵਿੱਚ, ਜੀ ਕਮਿਊਨਿਸਟ ਪਾਰਟੀ ਦਾ ਸਰਕਟ ਮੈਂਬਰ। ਉਹ ਮੈਨੂੰ ਆ ਕੇ ਕਹਿੰਦਾ ਦੇਖੋ ਜੋ ਦਰਬਾਰ ਸਾਹਿਬ 'ਤੇ ਹੋਇਆ ਮੈਂ ਉਸ ਦਾ ਮੈਨੂੰ ਬਹੁਤ ਦੁੱਖ ਹੈ, ਇਹ ਗੱਲ ਨਹੀਂ ਹੋਣਾ ਚਾਹੀਦਾ ਸੀਗਾ। ਜੀ ਪਰ ਜਿਹੜੇ ਖਾਲਸਾ ਦੀ ਗੱਲ ਅਸੀਂ ਉਹਨਾਂ ਸਹਿਮਤ ਨਹੀਂ। ਮੈਂ ਕਿਹਾ ਵੀ ਠੀਕ ਹੈ, ਮੈਂ ਕਿਹਾ ਬਸ ਥੈਂਕ ਯੂ ਵੈਰੀ ਮਚ। ਮੈਂ ਤੁਸੀਂ ਜੋ ਜੀ ਫਿਰ ਉਸ ਤੋਂ ਬਾਅਦ ਅਸੈਸੀਨੇਸ਼ਨ ਜਦ ਹੋਈ ਸੀ ਦੂਜੇ ਦੀ ਸੰਤ ਲੌਂਗੋਵਾਲ ਦੀ, ਹਾਂਜੀ। ਅਕਾਲੀ ਦਲ ਦੀ, ਉਸ ਵੇਲੇ ਵੀ ਉਸ ਨੇ ਵਿਚਾਰੇ ਨੇ ਆ ਕੇ ਸਾਡੇ ਕੋਲ ਅਫਸੋਸ ਕੀਤਾ ਜੀ ਵੀ ਤੁਹਾਡੇ ਪਾਰਟੀ ਦਾ ਲੀਡਰ ਸੀਗਾ ਉਹ। ਤੇ ਹੁਣ ਮੈਂ ਇਹ ਕਹਿੰਦਾ ਵੀ ਇੱਥੇ ਜਾਣੀ ਇਸ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਸੀ ਮੋਹਤਬਾਰ ਜਿਸ ਵੇਲੇ ਜਿਹੜਾ ਸਾਡਾ ਟਰਸਟ ਬੋਰਡ ਸੀਗਾ, ਜਿਹੜੇ ਓਰੀਜਨਲ ਚਾਰ ਟਰਸਟੀ ਸੀਗੇ, ਜੀ ਉਹਨਾਂ ਵਿੱਚੋਂ ਇੱਕ ਹਿੰਦੂ ਪੰਡਤ ਦੁਰਗਾ ਦੱਤ ਸ਼ੁਕਲਾ ਸੀਗਾ। ਦੁਰਗਾ ਦੱਤ ਸ਼ੁਕਲਾ, ਦੁਰਗਾ ਦੱਤ ਸ਼ੁਕਲਾ, ਹਾਂਜੀ। ਉਹ ਸ਼ੁਕਲਾ ਜੀ ਇੰਨਾ ਜਾਣੀ ਪਿਆਰ ਵਾਲੇ, ਇੰਨੀ ਉਹਦੀ ਪਿਆਰੀ ਮਿਠਾਸ ਹੁੰਦੀ ਸੀ ਭਈ ਜਾਣੀ ਕੋਈ ਉਹਦੇ ਚ ਬੋਮ ਜਾਂ ਬੜੇ ਪਿਆਰ ਨਾਲ ਬਹੁਤ ਹੌਲੀ ਹੌਲੀ ਕਰਕੇ ਇੱਦਾਂ ਪਿਆਰ ਨਾਲ ਜਾਣੀ ਰੱਖਣਾ ਜੀ। ਔਰ ਕੋਈ ਪੰਡਿਤ ਜੀ ਕਿੱਦਾਂ ਅਗਰ ਜਾਂ ਉਹ ਮਹਾਰਾਜ ਠੀਕ ਹੈ ਕਹਿਣਾ ਬਹੁਤ ਪਿਆਰ ਨਾਲ। ਜਦੋਂ ਦਿੱਲੀ 'ਚ ਹੋਇਆ ਜੀ ਉਸ ਵੇਲੇ ਕਈਆਂ ਲੋਕਾਂ ਨੇ ਮਹਿਸੂਸ ਕੀਤਾ ਵੀ ਜੀ ਇਹ ਉਹਨਾਂ ਨੂੰ ਨਫ਼ਰਤ ਕਰਨ ਦੇ ਲਈ ਇੱਥੇ ਸ਼ੁਰੂ ਕਰਤੇ। ਮੈਂ ਕਿਹਾ ਵੀ ਨਹੀਂ, ਗਲਤ ਕਰ ਲਿਆ ਜੀ, ਉਹਦਾ ਕੋਈ ਕਸੂਰ ਨਹੀਂ। ਉਹ ਬੰਦਾ ਫਿਰ ਬੰਦੇ ਆਮ ਬੰਦਿਆਂ ਨੇ ਸਾਰਿਆਂ ਨੇ ਉਹ ਗੁਰਦੁਆਰੇ, ਇਹ ਨਹੀਂ ਵੀ ਮੈਂ ਅੰਦਰ ਬਹਿ ਜਾਵਾਂ, ਗੁਰਦੁਆਰੇ ਆਉਂਦਾ ਰਿਹਾ ਕਹਿੰਦੇ ਮੈਨੂੰ ਜੋ ਕਰਨਾ ਕਰ ਦਿਓ। ਮੈਂ ਕਿਹਾ ਤੁਸੀਂ ਭਲੇ ਹੋ ਮਾਨਸੋ, ਗੁਰਦੁਆਰਾ ਬਣਾਉਣ ਵਾਲਾ ਮੋਢੀ ਬੰਦਾ ਆ, ਉਹਦੇ ਘਰ ਵਾਲੀ ਦੀ ਜਾਣੀ ਉਹਨੇ ਇੰਨੀ ਸੇਵਾ ਲੰਗਰਾਂ 'ਚ ਕੀਤੀ, ਇੰਨੀ ਸੇਵਾ ਕੋਈ ਵਾਰੀ ਇਸ ਬੜੇ ਬੜੇ ਭਾਂਡੇ ਧੋਣੇ ਉਹਨੇ, ਜੀ ਔਰ ਹੱਦੋਂ ਵੱਧ ਸੇਵਾ ਕਰਦੀ ਸੀ। ਵੀ ਤੁਸੀਂ ਵੀ ਉਸ ਸ਼ਖਸ ਨੇ ਨਾਲ ਕਹਿੰਦਾ ਵੀ ਜੇ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਈ ਆ ਜੀ, ਤਾਂ ਇਹਦਾ ਹੁਣ ਕਹਿੰਦਾ ਵੀ ਇਹ ਤਾਂ ਉਹਨੂੰ ਵੀ ਐਕਸਪੈਕਟੇਸ਼ਨ ਸੀ, ਕਹਿੰਦਾ ਵੀ ਜਾਣੀ ਇਹ ਕਹਿੰਦਾ ਜਾਣੀ ਉਹਨੂੰ ਪਤਾ ਸੀ ਵੀ ਕੀ ਹੋ ਜਾਣ ਵਾਲਾ ਹੈਗਾ, ਰਾਈਟ। ਔਰ ਇਹਦੇ ਲਈ ਕਹਿੰਦਾ ਵੀ ਇਹ ਮਤਲਬ ਜੇ ਕਹਿ ਲਾ ਜੀ ਵੀ ਉਹ ਹਿੰਦੂ ਕਰਕੇ ਉਹਨੂੰ ਮਾਰਿਆ ਨਹੀਂ, ਇਹ ਉਹਨੂੰ ਖੁਦ ਪਤਾ ਸੀਗਾ। ਬਹੁਤੇ ਮਤਲਬ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਨਾ ਵੀ ਮੈਂ BBC ਤੇ ਸੁਣਿਆ ਸੀ, ਉਹਦੀ ਇੰਟਰਵਿਊ ਸੁਣੀ ਵੀ ਮੈਨੂੰ ਪਤਾ ਮੇਰੇ ਨਾਲ ਇੱਕ ਦਿਨ ਹੋਣਾ, ਹਾਂਜੀ, ਰਾਈਟ। ਅੱਛਾ ਹੋ ਗਿਆ। ਲੇਕਿਨ ਜਿਹੜੀ ਗੱਲ ਆਪਾਂ ਮੈਂ ਪਹਿਲਾਂ ਵੀ ਕੀਤੀ ਹੈਗੀ ਆ ਵੀ ਉਹ, ਪਰ ਅਫਸੋਸ ਇਹ ਆ ਵੀ ਜਿਹੜਾ ਸਭ ਤੋਂ ਮਾੜੀ ਗੱਲ ਇਹ ਹੋਈ ਆ ਵੀ ਰਾਦਰ ਦੈਨ ਜੇ ਉਹਦਾ ਲੜਕਾ ਰਾਜੀਵ ਗਾਂਧੀ ਰਾਦਰ ਦੈਨ ਇਹ ਕਹਿਣ ਦੀ ਬਜਾਏ ਵਿੱਚ ਬੜਾ ਦਰਖਤ ਡਿੱਗਦਾ, ਧਰਤੀ ਹਿਲਦੀ ਆ, ਉਹਨੂੰ ਹੋਰ ਹਵਾ ਦਿੱਤੀ। ਬਿਲਕੁਲ ਇਹ ਕਹਿਣ ਦੀ ਬਜਾਏ ਇਹ ਕਹਿੰਦਾ ਵੀ ਭਾਈ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਮੇਰੀ ਮਾਂ ਤਾਂ ਜੋ ਹੈਗੀ ਠੀਕ ਹੈ, ਮਾੜਾ ਹੋਇਆ ਚਲ ਗਈ ਹੈਗੀ ਆ, ਜੀ, ਪਰ ਇੱਥੇ ਪੀਸ ਹੋਣਾ ਚਾਹੀਦਾ ਵੀ ਇੱਥੇ ਜੋ ਵੀ ਹੈਗਾ ਵੀ। ਅੱਛਾ ਉਹ ਜਿਹੜੀ ਉਹਦੀ ਗੱਲ ਨੇ ਵੀ ਹਵਾ ਜ਼ਿਆਦਾ ਦੇ ਦਿੱਤੀ ਬਿਲਕੁਲ ਜੀ, ਦਿੱਲੀ ਦੇ ਵਿੱਚ ਜਿਹੜੀ ਹੈਗੇ ਉਹ ਨਿਹੱਥੇ। ਹੁਣ ਮੈਨੂੰ ਇਹ ਦੱਸੋ ਵੀ ਇੰਦਰਾ ਗਾਂਧੀ ਨੇ ਤਾਂ ਅਟੈਕ ਕਰਾਇਆ ਸੀ ਜੇ ਐਸ ਗੁਰੂ ਘਰ ਦਾ ਸਾਡਾ ਪ੍ਰੈਜ਼ੀਡੈਂਟ ਨੌਜਵਾਨ ਮੁੰਡਾ ਤੇਜਿੰਦਰ ਸਿੰਘ ਹਾਂਜੀ ਬਾਸੀ, ਜੀ, ਬਹੁਤ ਨਾਈਸ ਪਰਸਨ ਆ ਜੀ, ਔਰ ਮੁੰਡਾ ਹੌਸਲੇ ਵਾਲਾ ਸਭ ਕੁਛ ਹੈਗਾ, ਦੂਸਰੀ ਵਾਰ ਪ੍ਰਧਾਨ ਬਣਿਆ। ਹੁਣ ਉਹ ਮਾੜੀ ਜੀ ਵੀ ਉਹਨੂੰ ਗੱਲ ਕਹਿੰਦੀ ਹਾਂ ਅੰਕਲ ਜੀ ਆਓ, ਬੜੀ ਮਿੱਠੇ ਮਿਠਾਸ ਦਾ ਬੋਲਦਾ, ਰਿਸਪੈਕਟ ਕਰਦਾ। ਬਿਲਕੁਲ ਜੀ। ਹੁਣ ਉਸ ਵੇਲੇ ਜੇ ਇਹਦੇ ਨਾਲੋਂ ਇੰਨਾ ਉਹ ਕਹਿੰਦਾ ਵੀ ਤੁਸੀਂ ਭਲੇ ਮਾਨਸੋ, ਕੋਈ ਗੜਬੜ ਨਹੀਂ ਹੋਣੀ ਚਾਹੀਦੀ, ਬਦਲਣਾ ਨਹੀਂ ਚਾਹੀਦਾ। ਜਿਹੜੇ ਨਿਹੱਥੇ ਬੰਦੇ ਆ, ਨਿਹੱਥਿਆਂ ਨੂੰ ਤੁਸੀਂ ਕਿਉਂ ਮਾਰ ਰਹੇ ਆ? ਬਿਲਕੁਲ ਬੇਕਸੂਰਾਂ ਨੂੰ ਕਿਉਂ ਮਾਰ ਰਹੇ ਆ? ਜੇ ਕਸੂਰ ਜਿਹੜੇ ਨਿਹੱਥੇ ਬੇਕਸੂਰ ਜਿਹਨਾਂ ਦਾ ਕੋਈ ਕਸੂਰ ਨਹੀਂ, ਵੀ ਤੁਸੀਂ ਬੇਸ਼ੱਕ ਉਹਨੂੰ ਇਹ ਤਾਂ ਨਹੀਂ ਅਸੀਂ ਇਹ ਐਕਸਪੈਕਟ ਨਹੀਂ ਕਰਦੇ ਵੀ ਉਹ ਕਹਿੰਦਾ ਵੀ ਮੇਰੀ ਮਾਂ ਦਾ ਕਸੂਰ ਸੀ, ਨਹੀਂ ਅਸੀਂ ਇਹ ਨਹੀਂ ਕਹਿੰਦੇ, ਉਹ ਇਹ ਨਹੀਂ ਕਹਿੰਦਾ, ਉਹ ਇਹੀ ਕਹਿੰਦਾ ਵੀ ਇਹ ਬੇਕਸੂਰੇ ਆ, ਇਹਨਾਂ ਨੂੰ ਕਿਉਂ ਮਾਰਦੇ ਆ? ਬਿਲਕੁਲ ਰਾਈਟ। ਅੱਛਾ ਫਿਰ ਉਹ ਪ੍ਰਸ਼ਾਸਨ ਨੂੰ ਜਾਣੀ ਇਹ ਉਹਦੀ ਜਿਹੜੀ ਸੇਧ ਸੀ, ਬੇਸ਼ੱਕ ਉਹ ਪ੍ਰਾਈਮ ਮਿਨਿਸਟਰ ਨਹੀਂ ਬਣਿਆ ਸੀਗਾ, ਪਰ ਫਿਰ ਲੋਕਾਂ ਦਾ ਪਤਾ ਸੀ ਵੀ ਉਹਨੇ ਬਣਨਾ ਹੈਗਾ, ਸਾਰਿਆਂ ਨੂੰ ਪਤਾ। ਉਹ ਪ੍ਰੈਜ਼ੀਡੈਂਟ ਨੂੰ ਵੀ ਉਹ ਰਿਕੁਐਸਟ ਕਰਦਾ ਸਕਦਾ, ਮੌਕੇ ਦੇ ਆਮ ਜਨਰਲ ਗੱਲ ਕਰ ਸਕਦਾ ਸੀ ਪਹਿਲਾਂ ਵੀ ਜਿਹੜਾ ਇੱਥੇ ਇਸ ਚੀਜ਼ ਨੂੰ ਲੋਕਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ,
ਜਿਹੜੇ ਪਹਿਲਾਂ ਜੋ ਮਾਰੂ ਚੱਕ ਵੱਖਰੀ ਗੱਲ ਸੀਗੀ, ਹਾਂਜੀ। ਪਰ ਜ਼ਿਆਦਾ ਨੁਕਸਾਨ ਨਾ ਹੁੰਦਾ। ਜੀ ਪਰ ਉਸ ਤੋਂ ਬਾਅਦ ਹੋਰ ਅੱਗ ਤੇ ਤੇਲ ਜਿਹੜਾ ਪਾਇਆ ਉਹ ਅਮਿਤਾਭ ਬੱਚਨ ਨੇ ਪਾਤਾ। ਬਿਲਕੁਲ ਜੀ ਤੇ ਕਹਿੰਦਾ ਖੂਨ ਕਾ ਬਦਲਾ ਖੂਨ। ਜੀ ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹੋ ਜਿਹੀ ਚੋਟੀ ਤੇ ਪਹੁੰਚਣ ਵਾਲੇ ਬੰਦੇ, ਐਦਾਂ ਉਹਨਾਂ ਦੇ ਐਡਾ ਕੈਲੀਬਰ ਦੇ ਬੰਦੇ, ਉਹ ਇੱਕ ਘਟੀਆ ਬਿਆਨ ਦੇ ਕੇ ਆਪਣੇ ਨੂੰ ਜ਼ੀਰੋ ਕਰ ਲੈਂਦੇ। ਮੈਨੂੰ ਸਮਝ ਕਿਉਂ ਵਾਈ। ਔਰ ਇਦਾਂ ਦੇ ਸਮੇਂ ਠੀਕ ਹੈ ਮਨ 'ਚ ਗੁੱਸਾ ਹੁੰਦਾ, ਜਿਹਨਾਂ ਤੁਹਾਡਾ ਸਨੇਹ ਹੁੰਦਾ ਉਹਨੂੰ ਕੋਈ ਹਾਰਮ ਕਰ ਜਾਵੇ ਤੁਹਾਨੂੰ ਗੁੱਸਾ ਬਹੁਤ ਹੁੰਦਾ। ਪਰ ਇਹਦੇ ਵਿੱਚ ਸਮਝਦਾਰੀ ਤਾਂ ਨਹੀਂ ਕਿ ਅਗਲਾ ਆਉਣ ਵਾਲਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਣਨ ਵਾਲਾ ਹੈ, ਤੇ ਇੱਕ ਪ੍ਰਧਾਨ ਮੰਤਰੀ ਦੀ ਪੋਸਟ ਤੇ ਬੈਠ ਕੇ ਇੱਕ ਦੇਸ਼ ਨੂੰ ਚਲਾਉਣ ਵਾਲਾ ਜਿਹੜਾ ਕਿ ਵੱਡਾ ਸਿਰਮੌਰ ਹਸਤੀ ਹੁੰਦੀ ਹੈ, ਉਹ ਜੇ ਇਨਸਾਨ ਦੇ ਮੂੰਹ ਚੋਂ ਇਹੋ ਜਿਹੇ ਸ਼ਬਦ ਨਿਕਲਣੇ, ਇੱਕ ਲਫ਼ਜ਼ ਜਿਹੜਾ ਉਹਦਾ ਵੱਡਾ ਦਰਖਤ ਡਿੱਗਾ ਤੇ ਧਰਤੀ ਹਿਲਦੀ ਹੈ ਨਾ, ਹਾਂਜੀ, ਇਸ ਸ਼ਬਦ ਨੇ ਉਹਨੇ ਸਿੰਪਥੀ ਖੋ ਦਿੱਤੀ। ਜੇ ਉਹ ਇਹ ਲਫ਼ਜ਼ ਨਾ ਕਹਿੰਦਾ, ਇਹਦੇ ਬਦਲੇ ਇਹ ਕਹਿੰਦਾ ਵੀ ਕੋਈ ਕਸੂਰਵਾਰ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਕਸੂਰ ਜਿਹੜਾ ਕਹਿੰਦਾ ਕੋਈ ਕਿਸੇ ਨੂੰ ਕੋਈ ਜੋ ਉੱਥੇ ਕੋਈ ਕਿਸੇ ਦੀ ਪ੍ਰਾਪਰਟੀ ਨੁਕਸਾਨ ਨਹੀਂ ਹੋਣਾ ਚਾਹੀਦਾ ਔਰ ਇਹਨੂੰ ਰੋਕਣਾ ਚਾਹੀਦਾ। ਇਹਦੇ ਨਾਲ ਉਹ ਹੋਰ ਫੇਮਸ ਹੋਣਾ ਔਰ ਉਹਦੀ ਮ੍ਰਿਤੂ ਤੱਕ ਲੋਕੀ ਨਹੀਂ ਭੁੱਲੇ ਉਹ ਜਿਹੜੇ ਲਫ਼ਜ਼ ਕਹੇ ਸੀ। ਬਿਲਕੁਲ ਰਾਈਟ ਜੀ। ਸੋ ਉਹਦੇ ਨਾਲ ਹੀ ਜਿਹੜਾ ਅੱਗ ਦੇ ਤੇਲ ਪਾਤਾ ਅਮਿਤਾਭ ਬੱਚਨ ਨੇ, ਉਹ ਵੀ ਅੱਜ ਤੱਕ ਲੋਕ ਨਹੀਂ ਭੁੱਲਦੇ ਹੈਗੇ। ਉਹ ਵੀ ਜਿਹੜੀ ਹਾਂ ਬੜਾ ਪਾਪੂਲਰ ਸੀ। ਲੰਬੂ ਦੀ ਫਿਲਮ ਦੇਖਣ ਜਾਣਾ ਇਹ ਆਮ ਉਹਦਾ ਨਿਕਨੇਮ ਬਣਾਇਆ ਸੀਗਾ। ਲੇਕਿਨ ਜਦੋਂ ਉਹਨੇ ਆਹ ਲਫ਼ਜ਼ ਵਰਤਿਆ ਤੇ ਇਹ ਤੁਹਾਨੂੰ ਦੱਸਦੇ ਵੀ ਅੱਜ ਤੱਕ ਲੋਕ ਨਹੀਂ ਭੁੱਲਦੇ ਵੀ ਲੰਬੂ ਇੱਕ ਗਦਾਰ ਬੰਦਾ ਹੈਗਾ, ਜਿਹਨੇ ਆਪਣੇ ਦੇਸ਼ ਦੇ ਵਿੱਚ ਆਪਣੀ ਕੌਮ ਨੂੰ ਮਰਵਾਇਆ, ਜਿਸ ਕੌਮ ਨੇ ਹਮੇਸ਼ਾ ਪ੍ਰੋਟੈਕਟ ਕੀਤਾ। ਆਪਾਂ ਜਿੱਥੇ ਵੀ ਮਾਰਸ਼ਲ ਕੌਮ ਜਿਹੜੀ ਹਮੇਸ਼ਾ ਉਹ ਪ੍ਰੋਟੈਕਟ ਕਰਦੀ ਹੈ ਜਿਹੜੇ ਤੋਂ ਇਸ ਕਰਕੇ ਇਹ ਜੋ ਕੁਝ ਵੀ ਹੋਇਆ ਹੈਗਾ, ਮੈਂ ਸਮਝਦਾ ਇਹ ਬਦਕਿਸਮਤੀ ਹੋਈ ਹੈ ਉਸ ਵੇਲੇ। ਔਰ ਉਹਦਾ ਰਿਐਕਸ਼ਨ ਅੱਜ ਤੱਕ ਬਾਹਰਲੇ ਮੁਲਕਾਂ ਵਿੱਚ ਨਾ ਲੋਕ ਭੁੱਲੇ ਆ। ਜਦੋਂ ਵੀ ਕੋਈ ਗੱਲ ਆਉਂਦੀ ਹਮੇਸ਼ਾ ਦੀ ਵੀ ਅਸੀਂ 84 ਨੂੰ ਕਦੇ ਭੁੱਲ ਨਹੀਂ ਸਕਦੇ ਜੀ। ਔਰ ਨਾ ਹੀ ਈਵਨ ਜਿਹੜਾ ਇੱਥੇ ਮੈਨੂੰ ਯਾਦ ਆ ਕੈਪਟਨ ਦਾ ਜਿਹੜਾ ਹੁਣ ਚੀਫ ਮਿਨਿਸਟਰ ਤੋਂ ਲਿਆ ਜੀ, ਆ ਜਿਹੜਾ ਪਹਿਲਾਂ ਮੈਂ ਕਰਾਇਆ ਨਾ 15 ਕਿਲੋਮੀਟਰ ਦਾ ਮਸਲਾ ਜੀ, ਸੌਰੀ 50 ਕਿਲੋਮੀਟਰ ਦਾ ਮਸਲਾ ਜਿਹੜਾ ਕਿ ਹੋਇਆ ਹੁਣ, ਹਾਂਜੀ, ਇਹ ਵੀ ਕੈਪਟਨ ਤੇ ਬਲੇਮ ਜਾਂਦਾ। ਕੈਪਟਨ ਦੀ ਕੁਰਸੀ ਇਹ ਕਰਕੇ ਹੁਣ ਸਭ ਕੁ ਕਿਰਾਇਆ ਮਿਲ ਕੇ ਇਹ ਵੀ ਉੱਥੇ ਮਤਲਬ ਕਿ ਆਪਣੇ ਘਰ ਦੇ ਵਿੱਚ ਆਪਣਾ ਭੇਤੀ ਹੀ ਆਪਣੀ ਲੰਕਾ ਨੂੰ ਢਾਇਆ, ਕਾਕਾ ਭੇਤੀ ਲੰਕਾ ਢਾਏ। ਉਸ ਨੇ ਹੁਣ ਇੱਥੋਂ ਸਾਬਤ ਹੁੰਦਾ ਵੀ ਤੈਨੂੰ ਆਪਣੀ ਸਟੇਟ ਨਾਲ ਪਿਆਰ ਕਿੰਨਾ ਗਿਆ, ਕਿਉਂਕਿ ਤੁਹਾਡੇ ਖੂਨ ਦੇ ਵਿੱਚ ਗਦਾਰੀ ਪਹਿਲਾਂ ਤੋਂ ਸੀਗੀ ਜੀ। ਉਹੀ ਗਦਾਰੀ ਤੂੰ ਐਟ ਤੇ ਐਂਡ ਕਰਦੀ। ਹੁਣ ਤੂੰ ਜਿੰਨਾ ਮਰਜ਼ੀ ਕੋ ਤੇਰੀ ਸ਼ਾਹ ਨਾਲ ਮੀਟਿੰਗ ਹੋਈ ਆ, ਉਹਨਾਂ ਮੀਟਿੰਗ ਹੋਣ ਤੋਂ ਬਾਅਦ ਇਹ ਸਭ ਕੁਝ ਤੈਂ ਕਰਾਇਆ ਔਰ ਕਰਾ ਕੇ ਤੈਂ ਜਿਹੜੀ ਇਹ ਤੂੰ ਅੱਜ ਇਹਨੂੰ ਧੋਣੇ ਹੋਣੇ। ਇਸੇ ਤਰ੍ਹਾਂ 84 ਨੂੰ ਇਹ ਭੁੱਲ ਜਾਓ। ਇਹ ਇੱਥੇ ਉਸ ਵੇਲੇ ਗੱਲ ਬੜੀ ਚੰਗੀ ਕਹੀ ਸੀ ਇੱਕ ਵਾਰ ਇਹਨੇ, ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਆ ਜੀ, ਚਾਚੀ ਮਿਨਿਸਟਰ ਸੀ ਜੀ। 84 ਭੁੱਲ ਜਾਓ। ਇਹ ਕਹਿੰਦਾ ਲੋਕ 5-5 700 ਸਾਲ ਦਾ ਜਿਹੜਾ ਇਤਿਹਾਸ ਉਹ ਤਾਂ ਭੁੱਲੇ ਨਹੀਂ ਹੈਗੇ, 84 ਨੂੰ ਕਿਤੇ ਭੁੱਲ ਜਾਣਗੇ ਕਹਿੰਦਾ ਜੀ। ਉਸ ਵੇਲੇ ਫਿਰ ਇਹਦੀ ਲੋਕੀ ਬਹੁਤ ਕਹਿੰਦੇ ਵੀ ਬਹੁਤ ਕਮਾਲ ਦੀ ਗੱਲ ਕੀਤੀ ਹੈਗੀ ਆ ਜੀ, ਰਾਈਟ। ਪਰ ਅੱਜ ਜੇ ਤੂੰ ਹੁਣ 22 ਤਾਂ ਮੂਹਰੇ ਇਲੈਕਸ਼ਨਾਂ ਆਉਣੀਆਂ ਹਾਂਜੀ, ਵੀ ਜੇ 6 ਮਹੀਨੇ ਤੈਨੂੰ ਪਹਿਲਾਂ ਤੇਰੀ ਹਾਈ ਕਮਾਂਡ ਨੇ ਹਟਾਤਾ ਜੀ, ਵੀ ਤੂੰ ਆਪਣੇ ਸੂਬੇ ਨੂੰ ਉਹਨੂੰ ਤਬਾਹ ਕਿਉਂ ਕਰਨ ਲੱਗਾ ਹੈਗਾ। ਹੁਣ ਇੱਥੇ ਆ ਜੋ ਕੁਛ ਹੈ ਆ ਮੁਲਕ ਦੇ ਵਿੱਚ ਜੋ 84 ਹੈਗੀ ਆ, ਇੱਥੇ ਤਾਂ ਹੁਣ ਅਗਰ ਨਿੱਕੇ ਬੱਚੇ ਸਵੇਰੇ ਆਉਂਦੇ ਆ ਜਦ ਸੁਰ ਸਮਝੇ ਉਹਨਾਂ ਨੂੰ ਇਤਿਹਾਸ ਹੀ ਪੜ੍ਹਾਇਆ ਜਾਂਦਾ ਹੈਗਾ ਤੇ ਤੁਹਾਨੂੰ ਆਹ ਚੀਜ਼ ਪੂਰੀ ਦੱਸੀ ਹੈ। ਹਾਂ ਕਈ ਬੱਚੇ ਤਾਂ ਇੰਨਾ ਸਾਨੂੰ ਨਹੀਂ ਪਤਾ ਜਿੰਨਾ ਉਹਨਾਂ ਨੂੰ ਪਤਾ ਹੈਗਾ, ਬਿਲਕੁਲ, ਕਿਉਂਕਿ ਇਤਿਹਾਸ ਜਿਹੜਾ ਜੇ ਪੇਰੈਂਟਸ ਆਪਣੇ ਨਿਆਣਿਆਂ ਨੂੰ ਦੱਸਣਗੇ ਜੀ ਤਾਂ ਹੀ ਇਤਿਹਾਸ ਜਿਹੜਾ ਹੈਗਾ ਉਹਦਾ ਜਿੰਦਾ ਰਹੇਗਾ, ਨਹੀਂ ਇਤਿਹਾਸ ਜਿਹੜਾ ਹੈਗਾ ਥੋੜਾ ਰੁਲ ਜਾਊਗਾ। ਸੋ ਇਸ ਮੁਲਕ ਦੇ ਵਿੱਚ ਤਾਂ ਇਹ ਗੱਲ ਈਵਨ ਆਹ ਮੁਲਕ ਨਹੀਂ, ਯੂਰਪ ਸਾਰਾ ਆਹ ਮੁਲਕ ਪਲੱਸ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਜਿੰਨੇ ਲੋਕ ਬਾਹਰ ਬੈਠੇ ਆ, ਜਿੰਨੇ ਪੋਲੀਟੀਕਲ ਅਸਾਲਮ ਤੇ ਆਏ ਸੀਗੇ, ਜਿਹੜੇ ਤੂੰ ਆਪਣੀ ਜਾਨਾਂ ਬਚਾ ਕੇ ਆਏ ਸੀ, ਉਹ ਕਦੇ ਭੁੱਲ ਨਹੀਂ ਸਕਦੇ। ਸੋ ਔਰ ਜੋ ਅਸੀਂ ਉਸ ਵੇਲੇ ਜਿੰਨਾ ਕੁ ਦੇਖਿਆ ਉੱਥੇ ਬਲੈਕਆਊਟ ਸੀ, ਦੇਖਣਾ ਸੀ ਕਿ ਮਾੜਾ ਮੋਟਾ ਟੈਲੀਵਿਜ਼ਨ ਫਿਲਮ ਅਸੀਂ ਉਹ ਕਦੇ ਭੁੱਲ ਨਹੀਂ ਸਕਦੇ। ਔਰ ਉਹ ਜਿਹੜੇ ਬੰਦੇ ਅੱਜ ਸਾਡੇ ਵਿੱਚ ਨਹੀਂ ਰਹੇ, ਚਲੇ ਗਏ ਹੈਗੇ ਆ ਜੀ, ਉਹ ਬੰਦੇ ਵੀ ਇਹ ਕੰਮ ਨੂੰ ਆਪਣੇ ਵਿੱਚ ਲੈ ਗਏ ਵੀ ਹਾਂ ਬਈ ਸਾਡੇ ਨਾਲ ਮਾੜਾ ਹੋਇਆ ਜੀ, ਇਹ ਕਿਉਂ ਹੋਇਆ, ਕਾਹਤੇ ਹੋਇਆ। ਔਰ ਇਹ ਸਵਾਲ ਦਾ ਅੱਜ ਤੱਕ ਅਸੀਂ ਆਪ ਜੇ ਕਿਉਂ ਸਾਡੇ ਨਾਲ ਕੀਤਾ ਗਿਆ, ਕਾਹਤੇ ਕੀਤਾ ਗਿਆ, ਔਰ ਇਹ ਅਸੀਂ ਨਾ ਸਾਡੀ ਸੰਗਤ ਨੇ ਅੱਜ ਤੱਕ ਭੁੱਲਿਆ ਤੇ ਨਾ ਕਿਤੇ ਭੁੱਲ ਸਕਦੇ ਹਾਂ। ਬਿਲਕੁਲ ਜੀ। ਜਿਹੜਾ ਪੁਰਾਣੇ ਵਿੱਚ ਮੈਂ ਦੁਬਾਰਾ ਮੈਂ ਇੰਨੀ ਇੱਥੇ ਕਰੂਰ ਕਰ ਦੇਣਾ ਵੀ ਮੈਂ
ਮੈਂ ਜੋ ਕੁਝ ਵੀ ਗੱਲਾਂ ਕੀਤੀਆਂ ਇਹਦੇ ਵਿੱਚ ਮੈਂ ਇਹਦੇ ਵਿੱਚ ਮੇਰੇ ਕੋਲ ਕੋਈ ਸਪੈਸ਼ਲਿਟੀ ਤਾਂ ਹੈ ਨਹੀਂ। ਮੈਂ ਜਿੰਨਾ ਕਿ ਮੇਰੀ ਸਮਝ ਸੀ ਉਹਦੇ ਮੁਤਾਬਕ ਮੈਂ ਗੱਲਾਂ ਕੀਤੀਆਂ। ਮੇਰੇ ਕੋਲੋਂ ਕੋਈ ਵੱਧ ਘੱਟ ਗੱਲ ਕਹੀ ਗਈ ਤੇ ਮੈਂ ਖਿਮੰਦਾ ਜਾਚਕ ਹਾਂ ਔਰ ਇੱਥੇ ਮੈਂ ਅੰਤ ਵਿੱਚ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਕਿਹਾ ਜਾਂਦਾ ਹੈ ਕਿ 84 ਭੁੱਲ ਜਾਓ, ਪਰ ਜੇ ਇਹ ਦੇਖਿਆ ਜਾਵੇ ਰਾਵਣ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ। ਦੁਸ਼ਹਿਰੇ ਤੇ ਉਹਨੂੰ ਚੀਰ ਫਾੜ ਕੀਤੀ ਜਾਂਦੀ ਹੈ, ਹਮੇਸ਼ਾ ਉਹਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜੇ ਉਹ ਰਾਵਣ ਨੂੰ ਨਹੀਂ ਭੁੱਲ ਸਕਦੇ ਫਿਰ ਸਿੱਖ 84 ਕਿਵੇਂ ਭੁੱਲਣਗੇ? ਬੀਬੀ ਜੀ ਬਹੁਤ ਆਤਮਾ ਇੱਥੇ ਸੋਸ਼ਲ ਮੀਡੀਆ ਤੇ ਬਹੁਤ ਪਾਇਆ ਹੁੰਦਾ ਜੀ ਵੀ ਜੇ ਜ਼ਨਾਨੀ ਦੀ ਕਦਰ ਕਰਨੀ ਸਿੱਖਣੀ ਉਹ ਤਾਂ ਰਾਵਣ ਤੋਂ ਸਿੱਖੋ। ਜੀ ਬਿਲਕੁਲ, ਤੁਸੀਂ ਸਮਝਦੇ ਮੇਰੇ point ਨੂੰ? ਇਹ ਬਹੁਤ ਪਾਇਆ ਹੁੰਦਾ ਵੀ ਜੋ ਜ਼ਨਾਨੀਆਂ ਦੀ ਕਦਰ ਸਿੱਖਣੀ ਉਹ ਤਾਂ ਰਾਵਣ ਤੋਂ ਸਿੱਖੋ, ਜਿਹੜਾ ਕਿ ਬਗਾਨੀ ਜ਼ਨਾਨੀ ਜਗ੍ਹਾ ਸੀਤਾ ਲੱਗਿਆ ਸੀਗਾ। ਤੇ ਉੱਥੋਂ ਤੁਸੀਂ ਸਮਝ ਲਓ ਵੀ ਇਹ ਕਿੱਡੀ ਗੱਲ ਹੈਗੀ ਆ ਵੀ ਉਸ ਬੰਦੇ ਨੇ, ਮੇਰਾ ਮਤਲਬ ਕਹਿਣ ਦਾ ਵੀ ਜਿੱਦਾਂ ਚੱਕ ਕੇ ਉਹਨੂੰ ਜੋ ਮਰਜ਼ੀ ਕਰ ਸਕਦਾ ਸੀਗਾ, ਪਰ ਉਹਨੇ ਉਹਨੂੰ ਹੱਥ ਤੱਕ ਨਹੀਂ ਲਾਇਆ। ਬਿਲਕੁਲ। ਸੋ ਇਸ ਕਰਕੇ ਸਾਨੂੰ ਆਪਣੇ ਜਿਹੜੇ ਕੀਤੇ ਕਰਮ ਉਹ ਸਾਡਾ ਪਿੱਛਾ ਨਹੀਂ ਕਦੇ ਛੱਡਦੇ, ਨਾ ਛੱਡਣਗੇ। ਜੋ ਹੋਇਆ ਗਾਂਧੀ ਪਰਿਵਾਰ ਦਾ ਪਿੱਛਾ ਕਦੇ ਵੀ ਨਹੀਂ, ਸਾਰੀ ਹਿਸਟਰੀ ਦੇ ਵਿੱਚ ਇਹ ਕਲੰਕ ਹੈਗੇ ਆ, ਇਹ ਪਿੱਛਾ ਕਦੇ ਨਹੀਂ ਛੱਡਣਾ। ਇਹ ਕਦੇ ਬਿਲਕੁਲ ਹੀ ਨਹੀਂ ਛੱਡਣਗੇ। ਇਹ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਯਾਦ ਕੀਤਾ ਜਾਏਗਾ। 84 ਭੁੱਲਣ ਵਾਲੀ ਨਹੀਂ, ਚਾਹੇ ਜੂਨ 84 ਹੋਵੇ ਤੇ ਚਾਹੇ ਨਵੰਬਰ 84 ਹੋਵੇ। ਇਹਨਾਂ ਸਾਰੇ ਸ਼ਹੀਦਾਂ ਨੂੰ ਕੋਟਨ ਪ੍ਰਣਾਮ ਕਰਦੇ ਹਾਂ। ਹਮੇਸ਼ਾ ਹੀ ਸਿਰ ਝੁਕਦਾ ਹੈ ਤੇ ਜਦੋਂ ਇਹ ਸਮਾਂ ਨੇੜੇ ਆਉਂਦਾ ਹੈ, ਦਿਲ ਦਾ ਹਰ ਇੱਕ ਦਿਲ ਦੇ ਵਿੱਚ ਰੋਣਾ ਆਉਂਦਾ ਹੈ। ਉਹ ਕਿਹੋ ਜਿਹਾ ਮੰਜ਼ਰ ਸੀ, ਉਹ ਕਿਹੋ ਜਿਹਾ ਸਮਾਂ ਸੀ, ਉਹ ਅੱਧੀ ਰਾਤ ਵਿੱਚ ਸੀ। ਉਹ ਨਿਆਣਿਆਂ ਦਾ ਕੀ ਹਾਲ ਹੋਏਗਾ, ਬੱਚਿਆਂ ਦਾ ਕੀ ਹੋਏਗਾ, ਪਿਤਾ ਦਾ ਕੀ ਹੋਏਗਾ, ਕਿਵੇਂ ਪਿਤਾ ਨੇ ਦੇਖਿਆ ਹੋਏਗਾ ਆਪਣੇ ਬੀਬੀ ਜੀ ਦਿਨ ਰਾਤ ਉੱਥੇ ਲਾਟਾਂ ਨਿਕਲਦੀਆਂ ਸੀ, ਰਾਤ ਦਿਨ ਧੂਆਂ, ਅੱਗਾਂ ਲੱਗੀਆਂ ਹੋਈਆਂ, ਗੁਰਦੁਆਰਿਆਂ ਦਾ ਸਾਰਾ ਸਮਾਨ ਚੋਰੀ, ਗੁਰਦੁਆਰਿਆਂ ਵਿੱਚ ਅੱਗਾਂ ਨੇ ਕੋਈ ਥਾਂ ਨਹੀਂ ਛੱਡੀ। ਇੱਕ ਕਿਹੋ ਜਿਹੀ ਕਾੜਤ ਕੜੀ ਗਈ ਸੀਗੀ। ਬਹੁਤ ਹੀ ਦੁੱਖ ਹੁੰਦਾ ਹੈ ਜਦੋਂ ਵੀ 84 ਆਉਂਦੀ ਹੈ, ਜਦੋਂ ਵੀ ਨਵੰਬਰ ਦਾ ਮਹੀਨਾ 31 ਅਕਤੂਬਰ ਚੜ੍ਹਦੀ ਹੈ ਜਾਂ ਜੂਨ ਦਾ ਮਹੀਨਾ ਚੜ੍ਹਦਾ ਹੈ। ਬਸ ਹਰ ਇੱਕ ਸਿੱਖ ਦਾ, ਹਰ ਇੱਕ ਗੁਰੂ ਨਾਨਕ ਨਾਮ ਲੈਵੇ ਪਿਆਰੇ ਦਾ ਦਿਲ ਅੰਦਰੋਂ ਬਲੁੰਡਰਿਆ ਜਾਂਦਾ ਹੈ। ਅੱਖਾਂ ਵਿੱਚ ਰੋਣੇ ਆ ਜਾਂਦੇ ਨੇ, ਅਥਰੂਆਂ ਦੇ ਨਾਲ ਅੱਖਾਂ ਘਿਰ ਜਾਂਦੀਆਂ ਨੇ। ਸਿਰਫ ਅੱਖਾਂ ਦਾ ਪਾਣੀ ਹੀ ਨਹੀਂ, ਦਿਲ ਦੇ ਤੋਂ ਲਹੂ ਦੇ ਅਥਰੂ ਨਿਕਲਦੇ ਨੇ ਜੋ ਦਿਖਾਈ ਨਹੀਂ ਦਿੰਦੇ ਨੇ, ਪਰ ਉਹ ਦਰਦ ਬਹੁਤ ਖੌਫਨਾਕ ਹੁੰਦਾ ਹੈ। ਉਹ ਦਰਦ, ਉਹ ਜ਼ਖਮ ਤਾਜ਼ਾ ਹੀ ਹੋ ਜਾਂਦੇ ਨੇ। ਜੋ ਪਿੱਛੇ ਬੀਤੇ ਨੇ ਉਹ ਕਦੀ ਭੁਲਾਏ ਨਹੀਂ ਜਾ ਸਕਦੇ। ਸਿੱਖ ਇੱਕ ਹਮੇਸ਼ਾ ਬਹਾਦਰ ਮਾਰਸ਼ਲ ਕੌਮ ਰਹੀ ਹੈ, ਮਾਰਸ਼ਲ ਹੀ ਰਹੇਗੀ। ਜੇ ਸਿੱਖ ਵੱਖਰੇ ਨੇ ਤਾਂ ਵੱਖਰਿਆਂ ਨੂੰ ਉਹਨਾਂ ਦਾ ਵੱਖਰਾ ਅਧਿਕਾਰ ਵੀ ਹੋਣਾ ਚਾਹੀਦਾ ਹੈ। ਸੋ ਆਪ ਜੀ ਕੋਈ ਅੰਤ ਵਿੱਚ ਇੱਕ ਅੱਧੀ ਗੱਲ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਚਾਹੁੰਦਾ ਅੰਤ ਦੇ ਵਿੱਚ ਇਹੀ ਆ ਵੀ 84 ਦਾ ਜੋ ਦੁਖਾਂਤ ਹੈਗਾ, ਇੱਥੇ ਰਿਐਕਸ਼ਨ ਜਿਹੜਾ ਸੀ, ਜਿਨ੍ਹਾਂ ਉਹ ਰਿਐਕਸ਼ਨ ਅੱਜ ਤੱਕ ਨਹੀਂ ਭੁੱਲਣਾ ਹੈਗਾ ਜੀ। ਔਰ ਭੁੱਲਣਾ ਕਾਹਤੇ ਨਹੀਂ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਅੱਜ ਜੋ ਨਵੀਂ ਬਿਲਡਿੰਗ ਉਹ ਦੇਖੀ ਆ ਜੀ, ਉਹਨਾਂ ਦੀ ਤਾਂ ਉਹੀ ਬਿਲਡਿੰਗ ਹੈਗੀ ਆ ਜਿਹੜੇ ਬੱਚੇ ਅੱਜ ਜਵਾਨ ਹੋਏ ਆ। ਲੇਕਿਨ ਜੋ ਅਸੀਂ ਗੁਰੂ ਸਾਹਿਬ ਨੇ 6ਵੇਂ ਪਾਤਸ਼ਾਹ ਆਪਣੇ ਕਾਕਮਨਾ ਜੋ ਬਣਾਈ ਸੀ ਜੀ, ਉਹ ਜਿਹੜੀ ਚੀਜ਼ ਤਬਾਹ ਹੋਈ ਆ, ਮੈਂ ਤਾਂ ਇਹ ਕਹਿਣਾ ਹੁੰਦਾ ਵੀ ਕਾਸ਼ ਕਿ ਜਿਹੜਾ ਉਹ ਠਿਆ ਸੀ ਉਹਨੂੰ ਉੱਥੇ ਰਹਿਣ ਦੇਣਾ ਚਾਹੀਦਾ ਸੀ ਤੇ ਨਾਲ ਜੂਦਾ ਉਸ਼ਾਰ ਦੇਣਾ ਚਾਹੀਦਾ ਸੀਗਾ, ਕਿਉਂਕਿ ਉਹ ਚੀਜ਼ ਸਦਾ ਉਹਦੇ ਰਹਿਣੀ ਚਾਹੀਦੀ ਸੀ। ਇੱਥੇ ਕਵੈਂਟਰੀ ਦੇ ਵਿੱਚ ਕੈਥੀਡਰਲ ਆ, ਸੈਕੰਡ ਵਰਲਡ ਵਾਰ ਦੇ ਵਿੱਚ ਬੰਬ ਡਿੱਗਿਆ ਸੀਗਾ ਤੇ ਜਰਮਨ ਨੇ ਮੁੜ ਕੇ ਦੂਜਾ ਨਾਲ ਬਣਾ ਕੇ ਦਿੱਤਾ ਕੈਥੀਡਰਲ ਜਿਹੜਾ, ਲੇਕਿਨ ਉਹ ਉੱਦਾਂ ਹੀ ਖੜਾ, ਉਹਨੂੰ ਕਲੀਅਰ ਨਹੀਂ ਕੀਤਾ, ਐਨ ਉੱਦਾਂ ਹੀ ਖੜਾ ਉਹ ਵੀ ਜਿੱਥੇ ਬੰਬ ਡਿੱਗਿਆ ਸੀਗਾ। ਸੋ ਅੰਤ ਵਿੱਚ ਮੈਂ ਇਹੀ ਕਹਾਂਗਾ ਵੀ ਜਿਹੜੇ ਬੇਕਸੂਰੇ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਵਿਚਾਰਿਆਂ ਨੂੰ ਘਰਾਂ ਤੋਂ ਕੱਢ ਮਾਰਿਆ ਗਿਆ। ਇੱਥੇ ਮੈਂ ਹੁਣੇ ਕੋਈ 2 ਵੀਕਾਂ ਪਹਿਲਾਂ ਪੜ੍ਹਿਆ ਸੀ, ਇੱਕ ਬੱਚਾ ਉਹਦੇ ਸਾਹਮਣੇ ਮਾਂ ਦੇ ਪੁੱਤ ਨੂੰ ਮੋਏ ਗੱਲ ਟਾਇਰ ਪਾ ਕੇ ਸੜਦਾ ਮਾਂ ਨੇ ਦੇਖਿਆ, ਉਹ ਕਿੱਡਾ ਉਹਨਾਂ ਦਾ ਜਿਗਰਾ ਹੋਊਗਾ। ਸੋ ਉਹਨਾਂ ਸਭ ਸ਼ਹੀਦਾਂ ਨੂੰ ਜਿਹੜੇ ਆਪਣੇ ਪ੍ਰਾਣਾਂ ਦੀ ਆਹੂਤੀ ਇਸ ਵੇਲੇ ਦੇ ਗਏ ਹੈਗੇ, ਬੇਬਸ ਸੀਗੇ ਉਹ ਔਰ ਬੇਕਸੂਰੇ ਸੀਗੇ, ਉਹਨਾਂ ਸਭ ਨੂੰ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਅੰਤ ਵਿੱਚ ਫਿਰ ਮੈਂ ਕਹਿੰਦਾ ਮੇਰੇ ਤੋਂ ਕੋਈ ਗਲਤੀ ਹੋ ਦੇਖੀ ਮੈਂ ਜੱਜ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਾਰਿਆਂ ਦਾ, ਤੁਸੀਂ ਦੇਖਦੇ ਰਹਿਣਾ, ਆਪਣਾ ਸਹਿਯੋਗ ਦੇਣਾ। ਧੰਨਵਾਦ ਸਮੁੱਚਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।